ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਟ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਠੀਕ ਹੈ, ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ ਲਰਨਿੰਗ ਡਿਸੇਬਿਲਿਟੀਜ਼ ਨੂੰ। ਲਰਨਿੰਗ ਡਿਸੇਬਿਲਿਟੀ ਦੇ ਜੋ ਬਹੁਤ ਸਾਰੀਆਂ ਡਿਟੇਲ ਦੇ ਵਿੱਚ ਪੁਆਇੰਟਸ ਨੇ ਆਪਾਂ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਠੀਕ ਹੈ, ਪਹਿਲੀਆਂ 2 ਵੀਡੀਓਜ਼ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਲਰਨਿੰਗ ਡਿਸੇਬਿਲਿਟੀਜ਼ ਦੇ ਨਾਲ ਰਿਲੇਟਡ ਜਿੰਨੇ ਵੀ ਡਿਸੇਬਿਲਿਟੀਜ਼ ਨੇ ਆਪਾਂ ਡਿਸਕਸ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਅੱਜ ਵੀ ਇੱਕ ਐਂਡ ਦੇ ਉੱਪਰ ਆਪਾਂ ਓਵਰਵਿਊ ਜਿਹਾ ਲੈ ਲਾਂਗੇ ਕਿ ਕਿਹੜੀਆਂ ਡਿਸੇਬਿਲਿਟੀਜ਼ ਨੇ। ਠੀਕ ਹੈ, ਔਰ ਜੋ ਵੀ ਆਪਾਂ ਕੀਤੀਆਂ ਸਾਰੀਆਂ ਦੀਆਂ ਸਾਰੀਆਂ ਹੀ ਕੀ ਨੇ, ਇੰਪੋਰਟੈਂਟ ਨੇ। ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਇਹ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਅੱਜ ਦੀ ਵੀਡੀਓ 'ਚ ਇਹ ਟੌਪਿਕ ਕੰਪਲੀਟ ਹੋ ਜਾਣਾ। ਠੀਕ ਹੈ, ਔਰ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ ਤੇ ਤੁਹਾਨੂੰ ਚਾਹੀਦਾ ਪੂਰਾ ਦਾ ਪੂਰਾ ਮਟੀਰੀਅਲ ਕਿਤੇ ਨਾ ਕਿਤੇ ਇੱਕ ਪ੍ਰੋਪਰ ਕੋਰਸ ਦੀ ਤਰ੍ਹਾਂ, ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਠੀਕ ਹੈ, ਤੁਸੀਂ ਪਲੇਲਿਸਟ ਜਾ ਕੇ ਚੈੱਕ ਕਰੋਗੇ ਅਗਰ ਪਹਿਲੀ ਵਾਰ ਤੁਸੀਂ ਇਸ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਤੁਹਾਨੂੰ ਉੱਥੇ ਹਰ ਇੱਕ ਸਬਜੈਕਟ ਦੀ ਪੀਐਸ ਟੈਟ ਲਈ ਜੋ ਪਲੇਲਿਸਟ ਹੈ ਉਹ ਮਿਲ ਜਾਏਗੀ। ਇਸ ਤੋਂ ਇਲਾਵਾ ਜੋ ਨੋਟਸ ਨੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ, ਅਗਰ ਆਪਾਂ ਗੱਲ ਕਰੀਏ ਚੈਨਲ ਦਾ ਲਿੰਕ ਅਵੇਲੇਬਲ ਹੋਏਗਾ ਟੈਲੀਗ੍ਰਾਮ ਚੈਨਲ ਦਾ, ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਉੱਥੇ ਤੁਹਾਨੂੰ ਨੋਟਸ ਨੇ ਜੋ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਨੇ। ਤਾਂ ਬਿਲਕੁਲ ਅੱਜ ਆਪਾਂ ਜੋ ਪੈਂਡਿੰਗ ਡਿਸੇਬਿਲਿਟੀਜ਼ ਨੇ ਉਹਨਾਂ ਨੂੰ ਕਵਰ ਕਰਦੇ ਹਾਂ। ਠੀਕ ਹੈ, ਔਰ ਐਕਟ ਦੇਖਦੇ ਹਾਂ। ਠੀਕ ਹੈ, ਔਰ ਇਸ ਦੇ ਨਾਲ ਆਪਣਾ ਜਿਹੜਾ ਟੌਪਿਕ ਹੈ ਉਹ ਕੰਪਲੀਟ ਹੋ ਜਾਏਗਾ। ਤਾਂ ਬਿਲਕੁਲ ਸੈਰੀਬਲ ਪੋਲਿਸੀ। ਠੀਕ ਹੈ, ਹੁਣ ਇਹ ਕੀ ਹੁੰਦਾ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਹਦਾ ਕਾਰਨ ਕੀ ਹੈ, ਸਭ ਤੋਂ ਵੱਡੀ ਗੱਲ ਤਾਂ ਕਿ ਇਹ ਸਹੀ ਤਰੀਕੇ ਨਾਲ ਅਗਰ ਆਪਾਂ ਕਹੀਏ ਕਿ ਜਨਮ ਤੋਂ ਪਹਿਲਾਂ ਸਹੀ ਤਰੀਕੇ ਨਾਲ ਜਦੋਂ ਮਾਈਂਡ ਦਾ ਵਿਕਾਸ ਨਹੀਂ ਹੁੰਦਾ, ਡਿਵੈਲਪ ਨਹੀਂ ਕਰਦਾ। ਠੀਕ ਹੈ, ਉੱਥੇ ਆਪਾਂ ਨੂੰ ਇਹੀ ਦੇਖਣ ਨੂੰ ਮਿਲਦਾ। ਜਾਂ ਫਿਰ ਅਗਰ ਆਪਾਂ ਗੱਲ ਕਰੀਏ, ਤੁਸੀਂ ਇੱਥੇ ਪਿਕਚਰ ਦੇ ਥਰੂ ਦੇਖ ਸਕਦੇ ਹੋ। ਠੀਕ ਹੈ, ਇਸ ਪਿਕਚਰ ਨੂੰ ਦੇਖ ਕੇ ਕਲੀਅਰਲੀ ਨਜ਼ਰ ਆ ਰਿਹਾ ਹੋਏਗਾ ਕਿ ਇਹ ਕਿਤੇ ਨਾ ਕਿਤੇ ਇੱਕ ਮੈਂਟਲ ਡਿਸੇਬਿਲਿਟੀ ਹੈ। ਠੀਕ ਹੈ, ਜਿਹਦੇ ਵਿੱਚ ਆਪਾਂ ਇਹ ਗੱਲ ਕਲੀਅਰਲੀ ਬੋਲ ਸਕਦੇ ਕਿ ਬ੍ਰੇਨ ਦਾ ਸਹੀ ਤਰੀਕੇ ਨਾਲ ਡਿਵੈਲਪਮੈਂਟ ਨਾ ਹੋਣਾ। ਹੁਣ ਉਹ ਬ੍ਰੇਨ ਦਾ ਡਿਵੈਲਪਮੈਂਟ ਕਦੋਂ ਨਹੀਂ ਹੁੰਦਾ? ਬਿਫੋਰ ਬਰਥ, ਮਤਲਬ ਕਿ ਜਨਮ ਤੋਂ ਪਹਿਲਾਂ। ਇੱਥੇ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਗਰਭ ਅਵਸਥਾ ਦੇ ਵਿੱਚ ਕਈ ਵਾਰੀ ਕੀ ਹੁੰਦਾ, ਸਹੀ ਤਰੀਕੇ ਨਾਲ ਬੱਚੇ ਦਾ ਮਾਈਂਡ ਡਿਵੈਲਪਮੈਂਟ ਨਹੀਂ ਹੋ ਪਾਉਂਦਾ, ਜਿਹਦੇ ਕਰਕੇ ਸੈਰੀਬਲ ਪੋਲਿਸੀ ਨਾਲ ਬੱਚੇ ਕੀ ਹੁੰਦੇ ਨੇ, ਸਫਰ ਕਰਦੇ ਆਪਾਂ ਨੂੰ ਪਾਏ ਜਾਂਦੇ ਨੇ। ਠੀਕ ਹੈ, ਤਾਂ ਬਿਲਕੁਲ ਇਹਨਾਂ ਜੋ ਅੱਜ ਆਪਾਂ ਕਰਾਂਗੇ, ਠੀਕ ਹੈ, ਇਹਨਾਂ ਨੂੰ ਇੱਕ ਵਾਰੀ ਤੁਸੀਂ ਸੁਣ ਲਓਗੇ, ਇਹਦੇ ਨਾਲ ਹੀ ਤੁਹਾਡੀਆਂ ਸਾਰੀਆਂ ਜੋ ਡਾਊਟਸ ਨੇ ਉਹ ਕਲੀਅਰ ਹੋ ਜਾਣਗੇ। ਇੱਕ ਵਾਰੀ ਸੁਣ ਲਓ, ਇੰਪੋਰਟੈਂਟ ਆਪਣੇ ਮਾਈਂਡ ਵਿੱਚ ਰੱਖੋ। ਅਗਰ ਬਾਈ ਚਾਂਸ ਅਗਰ ਕੋਈ ਕੁਐਸਚਨ ਬਣ ਜਾਂਦਾ ਤਾਂ ਆਪਾਂ ਆਨਸਰ ਦੇ ਸਕੀਏ। ਇਸ ਤੋਂ ਇਲਾਵਾ ਜੋ ਇੰਪੋਰਟੈਂਟ ਨੇ ਉਹ ਆਪਾਂ ਪ੍ਰੀਵੀਅਸ 2 ਵੀਡੀਓਜ਼ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਲੋਕੋਮੋਟਰ ਡਿਸੇਬਿਲਿਟੀ ਕਿਹੜੀ ਹੁੰਦੀ ਹੈ? ਲੋਕੋਮੋਟਰ ਡਿਸੇਬਿਲਿਟੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਲੋਕੋਮੋਟਰ ਦੇ ਨਾਮ ਨਾਲ ਹੀ ਕਲੀਅਰ ਹੈ ਕਿ ਇਹ ਕਿਤੇ ਨਾ ਕਿਤੇ ਆਪਣੇ ਬੋਨਸ ਨਾਲ, ਠੀਕ ਹੈ, ਅਗਰ ਆਪਾਂ ਗੱਲ ਕਰੀਏ ਮਸਲਸ ਨਾਲ, ਠੀਕ ਹੈ, ਇਹ ਦੋਨੇ ਇਸ ਤੋਂ ਕੀ ਹੁੰਦੇ ਨੇ, ਇਫੈਕਟ ਹੁੰਦੇ ਨੇ। ਬੋਨਸ ਦੇ ਮਸਲਸ ਆਪਣੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ ਕਿ ਇਹਦੇ ਵਿੱਚ ਲੋਕੋਮੋਟਰ ਡਿਸੇਬਿਲਿਟੀ ਦੇ ਵਿੱਚ। ਸਿੰਪਲ ਸ਼ਬਦਾਂ ਵਿੱਚ ਕਹੀਏ, ਇਸ ਪਿਕਚਰ ਨੂੰ ਧਿਆਨ ਨਾਲ ਦੇਖੋ ਤੁਸੀਂ, ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਣਾ ਹੈ ਕਿ ਆਪਾਂ ਨੂੰ ਚੱਲਣ ਫਿਰਨ ਦੇ ਵਿੱਚ ਕੀ ਆਉਂਦੀ ਹੈ, ਦਿੱਕਤ ਆਉਂਦੀ ਹੈ ਜੇਕਰ ਆਪਾਂ ਸਫਰ ਕਰ ਰਹੇ ਹਾਂ ਲੋਕੋਮੋਟਰ ਡਿਸੇਬਿਲਿਟੀ ਤੋਂ। ਕਲੀਅਰ, ਦ ਬੈਸਟ ਐਗਜ਼ਾਮਪਲ ਇਜ਼ ਪੋਲੀਓ। ਪੋਲੀਓ ਆਪਾਂ ਸਭ ਨੂੰ ਹੀ ਪਤਾ ਹੈ ਕਿ ਪੋਲੀਓ ਕੀ ਹੁੰਦਾ, ਜਿਹਦੇ ਕਰਕੇ ਬਸ ਸਹੀ ਤਰੀਕੇ ਨਾਲ ਨਹੀਂ ਤੁਰ ਪਾਉਂਦੇ, ਔਰ ਇਹ ਜਨਮ ਤੋਂ ਪਹਿਲਾਂ ਤੋਂ ਨਹੀਂ, ਜਨਮ ਤੋਂ ਬਾਅਦ ਹੁੰਦਾ, ਜਿਹਦੇ ਕਰਕੇ ਪੋਲੀਓ ਦਾ ਇੰਜੈਕਸ਼ਨ ਜਾਂ ਪੋਲੀਓ ਦੀ ਦਵਾਈ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਵੈਕਸੀਨ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਅਗਰ ਉਸ ਨੂੰ ਪ੍ਰੋਪਰ ਇੱਕ ਟਾਈਮ 'ਤੇ ਨਾ ਲਿਆ ਜਾਵੇ ਜਾਂ ਬੱਚੇ ਨੂੰ ਨਾ ਦਿੱਤਾ ਜਾਵੇ ਤਾਂ ਕਿਤੇ ਨਾ ਕਿਤੇ ਉਸ ਨੂੰ ਚੱਲਣ ਫਿਰਨ ਦੇ ਜੋ ਉਸਦੇ ਬੋਨਸ ਨੇ ਜਾਂ ਮਸਲਸ ਆਪਾਂ ਕਹਿ ਸਕਦੇ ਹਾਂ, ਉਹ ਕੰਮ ਕਰਨਾ ਬੰਦ ਕਰ ਦਿੰਦੇ ਨੇ। ਠੀਕ ਹੈ, ਜਿਸ ਦੇ ਕਾਰਨ ਉਹ ਪੂਰੀ ਲਾਈਫ ਅਗਰ ਆਪਾਂ ਕਹੀਏ ਕਿ ਸਹੀ ਤਰੀਕੇ ਨਾਲ ਚੱਲ ਫਿਰ ਨਹੀਂ ਪਾਉਂਦਾ। ਠੀਕ ਹੈ, ਤਾਂ ਬਿਲਕੁਲ ਇਹ ਇੱਕ ਐਗਜ਼ਾਮਪਲ ਹੋ ਜਾਂਦੀ ਹੈ ਉਸਦੀ। ਤਾਂ ਐਗਜ਼ਾਮਪਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਪੋਲੀਓ ਉਸਦੀ ਇੱਕ ਐਗਜ਼ਾਮਪਲ ਹੈ। ਔਰ ਚੱਲਣ ਫਿਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਮਸਲਸ ਦੇ ਬੋਨਸ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਉਸ ਨੂੰ ਆਪਾਂ ਕਿਹੜੀ ਡਿਸੇਬਿਲਿਟੀ ਬੋਲਦੇ ਹਾਂ? ਲੋਕੋਮੋਟਰ ਡਿਸੇਬਿਲਿਟੀ। ਕਲੀਅਰ। ਅੱਗੇ ਅਗਰ ਆਪਾਂ ਗੱਲ ਕਰੀਏ, ਤੁਸੀਂ ਦੇਖ ਪਾ ਰਹੇ ਹੋ ਔਰਥੋਪੈਡਿਕਲ। ਹੁਣ ਔਰਥੋਪੈਡਿਕਲ ਡਿਸੇਬਿਲਿਟੀਜ਼ ਇੰਪੇਅਰਮੈਂਟ, ਇਹਦੇ ਵਿੱਚ ਕੀ ਹੁੰਦਾ ਬੱਚੇ ਦੇ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਅਗਰ ਆਪਾਂ ਦੇਖ ਪਾਉਂਦੇ ਹਾਂ, ਬੱਚੇ ਦੇ ਜੋ ਬੋਨਸ ਦੇ ਮਸਲਸ ਹੁੰਦੇ ਆ ਨਾ, ਇਹਦੇ ਵਿੱਚ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੇ। ਇਹਦੇ ਵਿੱਚ ਵੀ ਬੱਚਾ ਸਹੀ ਤਰੀਕੇ ਨਾਲ ਬੋਨਸ ਦੇ ਮਸਲਸ ਨੂੰ, ਲਾਈਕ ਆਪਣੀਆਂ ਆਰਮਸ ਨੂੰ, ਆਪਣੀਆਂ ਲੈਗਸ ਨੂੰ, ਜਾਂ ਫਿਰ ਚੱਲਣ ਫਿਰਨ ਦੇ ਵਿੱਚ ਉਹਨਾਂ ਅੱਛੇ ਤਰੀਕੇ ਨਾਲ ਨਹੀਂ ਕਰ ਪਾਉਂਦਾ। ਠੀਕ ਹੈ, ਤਾਂ ਬਿਲਕੁਲ ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਦੇਖ ਪਾਉਂਦੇ ਹਾਂ ਕਿ ਬੱਚੇ ਨੂੰ ਸੁਣਨ ਦੇ ਵਿੱਚ, ਮੀਨਸ ਟੂ ਸੇ ਲਿਸਨਿੰਗ ਦੇ ਵਿੱਚ, ਬੱਚੇ ਨੂੰ ਸਪੀਕਿੰਗ ਦੇ ਵਿੱਚ। ਹੁਣ ਜਿਹੜਾ ਬੱਚਾ ਸਹੀ ਤਰੀਕੇ ਨਾਲ ਸੁਣ ਨਹੀਂ ਪਾਉਂਦਾ, ਕਿਤੇ ਨਾ ਕਿਤੇ ਉਸਦੇ ਬੋਲਣ ਦੇ ਵਿੱਚ ਵੀ ਬਹੁਤ ਹੱਦ ਤੱਕ ਆਪਾਂ ਨੂੰ ਜੋ ਸਹੀ ਤਰੀਕੇ ਨਾਲ ਨਹੀਂ ਬੋਲ ਪਾਉਂਦਾ, ਕਿਉਂਕਿ ਜੋ ਬੱਚਾ ਸੁਣ ਨਹੀਂ ਪਾਉਂਦਾ ਉਹ ਸਮਝਣ ਦੀ ਨਹੀਂ, ਉਸਦੀ ਸ਼ਮਤਾ ਜੋ ਹੈ ਸੁਣਨ ਦੀ, ਠੀਕ ਹੈ, ਫਿਰ ਉਹ ਬੋਲਣ ਦੀ ਟਰਾਈ ਕਰੇਗਾ ਤਾਂ ਨਹੀਂ ਹੋ ਪਾਏਗਾ। ਠੀਕ ਹੈ, ਤਾਂ ਬਿਲਕੁਲ ਅਗਰ ਆਪਾਂ ਗੱਲ ਕਰੀਏ ਰੀਡਿੰਗ ਦੇ ਵਿੱਚ, ਤਾਂ ਬਿਲਕੁਲ ਇਹਨਾਂ ਚੀਜ਼ਾਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਫੈਕਟਡ ਹੁੰਦਾ ਹੈ। ਸਹੀ ਤਰੀਕੇ ਨਾਲ ਉਹ ਨਹੀਂ ਸੁਣ ਪਾਉਂਦਾ, ਜਿਹਦੇ ਕਰਕੇ ਉਹ ਬੋਲ ਨਹੀਂ ਪਾਉਂਦਾ, ਪੜ੍ਹ ਨਹੀਂ ਪਾਉਂਦਾ। ਠੀਕ ਹੈ, ਆਈ ਸਾਈਡ ਕਿਤੇ ਨਾ ਕਿਤੇ ਅਗਰ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਇਹ ਸਾਰੀਆਂ ਜੋ ਕਿਤੇ ਨਾ ਕਿਤੇ ਆਪਾਂ ਬੋਲ ਸਕਦੇ ਹਾਂ ਕਿ ਹਰ ਇੱਕ ਪੱਖ ਤੋਂ ਉਹ ਇਫੈਕਟਡ ਹੁੰਦਾ ਹੈ ਮੈਂਟਲੀ। ਠੀਕ ਹੈ, ਅਤੇ ਅਗਰ ਫਿਜ਼ੀਕਲੀ ਤਾਂ ਆਪਾਂ ਦੇਖ ਹੀ ਪਾ ਰਹੇ ਹਾਂ ਬੋਨਸ ਔਰ ਮਸਲਸ ਨੂੰ ਨਹੀਂ ਸਟਰੋਂਗਲੀ ਯੂਜ਼ ਕਰ ਪਾਉਂਦਾ। ਤਾਂ ਬਿਲਕੁਲ ਇਹ ਪਿਕਚਰ ਹੈ, ਤੁਸੀਂ ਇਹਦੇ ਥਰੂ ਬਿਲਕੁਲ ਦੇਖ ਸਕਦੇ ਹੋ। ਹੁਣ ਬਿਕੋਜ਼ ਆਫ ਦਿਸ, ਠੀਕ ਹੈ, ਬਿਕੋਜ਼ ਆਫ ਕਿ ਉਹ ਸਹੀ ਤਰੀਕੇ ਨਾਲ ਚੱਲ ਨਹੀਂ ਪਾਉਂਦਾ, ਠੀਕ ਹੈ, ਜਾਂ ਫਿਰ ਆਪਣੀ ਬੋਨਸ ਮਸਲਸ ਨੂੰ ਨਹੀਂ ਯੂਜ਼ ਕਰ ਪਾਉਂਦਾ, ਔਰ
ਸਹੀ ਤਰੀਕੇ ਨਾਲ ਸੁਣ ਨਹੀਂ ਪਾਉਂਦਾ, ਬੋਲ ਨਹੀਂ ਪਾਉਂਦਾ, ਰੀਡ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਅਗਰ ਆਪਾਂ ਗੱਲ ਕਰੀਏ ਉਸਦਾ ਜੋ ਐਜੂਕੇਸ਼ਨਲ ਫੀਲਡ ਹੈ, ਐਜੂਕੇਸ਼ਨਲ ਮੀਨ ਟੂ ਸੇ ਜੋ ਐਜੂਕੇਸ਼ਨ ਰਿਲੇਟਡ ਫੀਲਡ ਹੈ, ਮਤਲਬ ਉਸਦੀ ਸਿੱਖਣ ਦੀ ਜੋ ਆਪਾਂ ਕਹਿ ਸਕਦੇ ਹਾਂ ਕਿ ਸ਼ਮਤਾ ਹੈ, ਉਹ ਵੀ ਬਹੁਤ ਜ਼ਿਆਦਾ ਕੀ ਹੁੰਦੀ ਹੈ, ਇਫੈਕਟ ਹੁੰਦੀ ਹੈ ਇਸ ਡਿਸੇਬਿਲਿਟੀ ਦੇ ਕਾਰਨ। ਠੀਕ ਹੈ ਜੀ, ਜਿਸ ਨੂੰ ਆਪਾਂ ਆਰਥੋਪੈਡਿਕਲ ਵੀ ਬੋਲਦੇ ਹਾਂ। ਤਾਂ ਬਿਲਕੁਲ ਇਹ ਚੀਜ਼ ਉਮੀਦ ਹੈ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਵਿਜ਼ੂਅਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਛ ਵੀ ਤੁਹਾਨੂੰ ਡਾਊਟ ਹੋਏਗਾ। ਜਿਵੇਂ ਕਿ ਬਲਾਈਂਡਨੈਸ ਆ ਜਾਂਦੀ ਹੈ ਜਾਂ ਫਿਰ ਵੀਕ ਆਈ ਸਾਈਟ ਆ ਜਾਂਦੀ ਹੈ, ਲੋ ਵਿਜ਼ਨ ਜਿਸ ਨੂੰ ਬੋਲਿਆ ਜਾਂਦਾ, ਤਾਂ ਉਹ ਕਿਹਦੇ ਵਿੱਚ ਆ ਜਾਂਦਾ ਹੈ, ਵਿਜ਼ੂਅਲ ਦੇ ਵਿੱਚ ਆ ਜਾਂਦਾ ਹੈ। ਮਤਲਬ ਜਦੋਂ ਦੇਖਣ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ, ਠੀਕ ਹੈ, ਆਪਾਂ ਮੋਸਟਲੀ ਕਹਿੰਦੇ ਹਾਂ ਕਿ ਹਾਂਜੀ ਚਸ਼ਮਾ ਲੱਗਿਆ ਹੋਇਆ, ਜਾਂ ਫਿਰ ਅਗਰ ਆਪਾਂ ਕਰਦੇ ਹਾਂ ਆਈ ਸਾਈਟ ਬਹੁਤ ਜ਼ਿਆਦਾ ਲੋ ਹੈ, ਲੋ ਵਿਜ਼ਨ ਹੈ, ਜਾਂ ਫਿਰ ਬਲਾਈਂਡ ਹੈ, ਠੀਕ ਹੈ, ਤਾਂ ਉਹ ਸਾਰਾ ਕੁਛ ਕਿਹਦੇ ਵਿੱਚ ਆ ਜਾਂਦਾ, ਵਿਜ਼ੂਅਲ ਦੇ ਵਿੱਚ ਆ ਜਾਂਦਾ ਹੈ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ ਹੀਅਰਿੰਗ ਦੇ ਵਿੱਚ, ਸੁਣਨਾ, ਠੀਕ ਹੈ, ਜਾਂ ਫਿਰ ਉੱਚਾ ਸੁਣਨਾ ਜਾਂ ਫਿਰ ਨਾ ਸੁਣ ਪਾਣਾ। ਠੀਕ ਹੈ, ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੁੰਦੇ ਨੇ ਜੋ ਸ਼ਾਇਦ ਉੱਚਾ ਸੁਣਦੇ ਨੇ ਜਾਂ ਨਹੀਂ ਸੁਣ ਪਾਉਂਦੇ, ਤਾਂ ਉਹ ਕਿਸ ਡਿਸੇਬਿਲਿਟੀ ਤੋਂ ਇਫੈਕਟਡ ਹੁੰਦੇ ਨੇ, ਹੀਅਰਿੰਗ ਇੰਪੇਅਰਮੈਂਟ ਤੋਂ, ਜਿਹਦੇ ਕਰਕੇ ਉਹਨਾਂ ਦਾ ਡਿਵੈਲਪਮੈਂਟ, ਉਹਨਾਂ ਦੀ ਲਰਨਿੰਗ ਬਹੁਤ ਹੱਦ ਤੱਕ ਕੀ ਹੁੰਦੀ ਹੈ, ਇਫੈਕਟ ਹੁੰਦੀ ਹੈ। ਠੀਕ ਹੈ, ਤਾਂ ਬਿਲਕੁਲ ਲਰਨਿੰਗ ਡਿਸੇਬਿਲਿਟੀਜ਼ ਦੇ ਵਿੱਚੋਂ ਅਗਰ ਇੱਕ ਡਿਸੇਬਿਲਿਟੀ ਨਾਲ ਵੀ, ਕਿਸੇ ਵੀ ਇੱਕ ਡਿਸੇਬਿਲਿਟੀ ਨਾਲ ਵੀ ਬੱਚੇ ਇਫੈਕਟਡ ਹੈ, ਤਾਂ ਉਸਦਾ ਡਿਵੈਲਪਮੈਂਟ ਇਫੈਕਟ ਹੋਏਗਾ, ਉਸਦੀ ਲਰਨਿੰਗ ਇਫੈਕਟ ਹੋਏਗੀ। ਠੀਕ ਹੈ ਜੀ, ਨੈਕਸਟ ਅਗਰ ਆਪਾਂ ਗੱਲ ਕਰੀਏ ਆਡਿਟਰੀ ਪ੍ਰੋਸੈਸਿੰਗ ਡਿਸਆਰਡਰ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੋ ਜਾਂਦਾ, ਜਿਸ ਨੂੰ ਆਪਾਂ ਸ਼ੋਰਟ ਫਾਰਮ ਦੇ ਵਿੱਚ APD ਵੀ ਬੋਲਦੇ ਹਾਂ। ਠੀਕ ਹੈ, ਹੁਣ ਆਡਿਟਰੀ ਪ੍ਰੋਸੈਸਿੰਗ ਡਿਸਆਰਡਰ ਦੇ ਵਿੱਚ ਕੀ ਹੁੰਦਾ, ਬੱਚੇ ਨੂੰ ਆਵਾਜ਼ ਪਹਿਚਾਨਣ ਦੇ ਵਿੱਚ ਦਿੱਕਤ ਆਉਂਦੀ ਹੈ। ਆਵਾਜ਼ ਪਹਿਚਾਨਣ ਦੇ ਵਿੱਚ ਦਿੱਕਤ ਤੋਂ ਮੇਰਾ ਮਤਲਬ ਕੀ ਆ, ਅਗਰ ਉਹ ਇੱਕ ਆਵਾਜ਼ ਨੂੰ ਸੁਣਨਾ, ਜਿਵੇਂ ਫੋਰ ਐਗਜ਼ਾਮਪਲ ਨੋਰਮਲੀ ਕੀ ਹੁੰਦਾ, ਆਪਾਂ ਇੱਕ ਆਵਾਜ਼ ਨੂੰ ਸੁਣਦੇ ਹਾਂ, ਠੀਕ ਹੈ, ਜਾਂ ਫਿਰ ਅਗਰ ਆਪਾਂ ਰੈਗੂਲਰਲੀ ਜਿਸ ਆਵਾਜ਼ ਨੂੰ ਸੁਣ ਰਹੇ ਹਾਂ, ਜਾਂ ਅਗਰ ਆਪਣੇ ਫਰੈਂਡਸ ਹੋ ਗਏ ਜਾਂ ਆਪਣੇ ਮਦਰ ਫਾਦਰ ਹੋ ਗਏ, ਆਪਾਂ ਈਜ਼ੀਲੀ ਪਹਿਚਾਨ ਲੈਂਦੇ ਹਾਂ ਕਿ ਹਾਂਜੀ ਇਹ ਆਵਾਜ਼ ਕਿਸ ਦੀ ਹੈ। ਠੀਕ ਹੈ, ਬਟ ਅਗਰ ਕੋਈ ਬੱਚਾ APD ਮੀਨ ਟੂ ਸੇ ਆਡਿਟਰੀ ਪ੍ਰੋਸੈਸਿੰਗ ਡਿਸਆਰਡਰ ਤੋਂ ਅਫੈਕਟਡ ਹੈ, ਕਿਤੇ ਨਾ ਕਿਤੇ ਉਹ ਕੀ ਹੈ, ਉਹਨਾਂ ਆਵਾਜ਼ ਨੂੰ ਪਹਿਚਾਨ ਨਹੀਂ ਪਾਉਂਦਾ। ਠੀਕ ਹੈ, ਇੱਕ ਚਾਹੇ ਉਸਨੇ ਉਹ ਆਵਾਜ਼ ਸੁਣੀ ਹੈ ਜਾਂ ਨਹੀਂ ਸੁਣੀ ਹੈ, ਉਸਨੂੰ ਆਵਾਜ਼ ਪਹਿਚਾਨਣ ਦੇ ਵਿੱਚ ਕੀ ਹੁੰਦੀ ਹੈ, ਦਿੱਕਤ ਹੁੰਦੀ ਹੈ। ਕਲੀਅਰ, ਤਾਂ ਉਮੀਦ ਹੈ ਇਹ ਸਾਰੀਆਂ ਜੋ ਡਿਸੇਬਿਲਿਟੀਜ਼ ਨੇ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਠੀਕ ਹੈ, ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਜੋ ਸ਼ੁਰੂ ਹੁੰਦੇ ਆ ਉਹ ਐਕਟ ਸ਼ੁਰੂ ਹੁੰਦੇ ਆ। ਠੀਕ ਹੈ, ਕਿਹੜੇ ਕਿਹੜੇ ਐਕਟਸ ਹਨ, ਕਿਹੜੇ ਕਿਹੜੇ ਡਿਸੇਬਿਲਿਟੀਜ਼ ਨਾਲ ਰਿਲੇਟਡ। ਉਸ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਹੁਣ ਤੱਕ ਜਿੰਨੀਆਂ ਵੀ ਆਪਾਂ ਡਿਸੇਬਿਲਿਟੀਜ਼ ਕੀਤੀਆਂ ਨੇ, ਐਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਓਵਰਵਿਊ ਜਿਹਾ ਲੈ ਲੈਂਦੇ ਹਾਂ ਸਾਰੀਆਂ ਡਿਸੇਬਿਲਿਟੀਜ਼ ਦਾ, ਸ਼ੁਰੂ ਤੋਂ ਲੈ ਕੇ ਐਂਡਿੰਗ ਤੱਕ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ, ਡਿਸਲੈਕਸੀਆ ਕੀਤਾ ਸੀ। ਠੀਕ ਹੈ ਜੀ, ਤਾਂ ਡਿਸਲੈਕਸੀਆ ਦੇ ਵਿੱਚ ਆਪਾਂ ਨੇ ਕੀ ਦੇਖਿਆ ਸੀ, ਡਿਸਲੈਕਸੀਆ ਦੇ ਵਿੱਚ ਆਪਾਂ ਦੇਖਿਆ ਸੀ ਕਿ ਬੱਚੇ ਦੇ ਵਿੱਚ ਰੀਡਿੰਗ ਡਿਸਆਰਡਰ ਆਪਾਂ ਨੂੰ ਦੇਖਣ ਨੂੰ ਮਿਲਦਾ। ਡਿਸਲੈਕਸੀਆ ਦਾ ਮਤਲਬ ਸੀ ਰੀਡਿੰਗ ਡਿਸਆਰਡਰ, ਵੈਸੇ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ, ਤੁਹਾਡਾ ਇੱਕ ਰਿਵੀਜ਼ਨ ਹੋ ਜਾਏਗਾ। ਠੀਕ ਹੈ, ਮਤਲਬ ਕਿ ਇਹ 100 ਨੂੰ ਆਵਾਜ਼ ਪੜ੍ਹਨਾ ਜਾਂ ਇਸ ਤਰੀਕੇ ਨਾਲ ਸਹੀ ਤਰੀਕੇ ਨਾਲ ਪੜ੍ਹ ਨਹੀਂ ਪਾਉਂਦਾ ਮੀਨ ਟੂ ਸੇ। ਠੀਕ ਹੈ, ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਆਫਟਰ ਦੈਟ ਆਪਾਂ ਪੜ੍ਹਿਆ ਸੀ ਡਿਸਗ੍ਰਾਫੀਆ। ਠੀਕ ਹੈ, ਤਾਂ ਬਿਲਕੁਲ ਡਿਸਗ੍ਰਾਫੀਆ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ, ਡਿਸਗ੍ਰਾਫੀਆ ਦਾ ਮਤਲਬ ਹੋ ਜਾਂਦਾ ਕਿ ਬੱਚਾ ਸਹੀ ਤਰੀਕੇ ਨਾਲ ਨਹੀਂ ਲਿਖ ਪਾ ਰਿਹਾ ਮੀਨਸ ਟੂ ਸੇ ਰਾਈਟਿੰਗ ਡਿਸਆਰਡਰ। ਠੀਕ ਹੈ, ਨਹੀਂ ਲਿਖ ਪਾ ਰਿਹਾ ਮਤਲਬ ਉਸਦੇ ਸਪੇਸ ਬਹੁਤ ਜ਼ਿਆਦਾ ਦਿੰਦਾ ਹੈ, ਰਾਈਟਿੰਗ ਗੰਦੀ ਹੈ, ਮਿਰਰ ਇਮੇਜ ਦੇ ਵਿੱਚ ਲਿਖਦਾ ਹੈ, ਇਹ ਸਭ ਕੁਛ। ਇਸ ਤੋਂ ਬਾਅਦ ਆਪਾਂ ਦਿਖਾਇਆ ਸੀ ਡਿਸਕੈਲਕੁਲੀਆ। ਹੁਣ ਡਿਸਕੈਲਕੁਲੀਆ ਦਾ ਮਤਲਬ ਕੀ ਹੋ ਗਿਆ, ਕੈਲਕੁਲੀਆ ਤੋਂ ਹੀ ਆਪਾਂ ਇਸ ਨੂੰ ਯਾਦ ਰੱਖਣਾ ਹੈ ਕਿ ਡਿਸਕੈਲਕੁਲੀਆ ਕੀ ਹੁੰਦਾ ਹੈ। ਮੈਥ ਦੇ ਵਿੱਚ ਜੋ ਆਪਰੇਸ਼ਨਸ ਨੇ, ਜਾਂ ਮੈਥ ਦੇ ਵਿੱਚ ਬੱਚੇ ਅਗਰ ਵੀਕ ਨੇ, ਤਾਂ ਕਿਤੇ ਨਾ ਕਿਤੇ ਸ਼ਾਇਦ ਉਹ ਡਿਸਕੈਲਕੁਲੀਆ ਤੋਂ ਇਫੈਕਟਡ ਹੋ ਸਕਦੇ ਨੇ। ਲਾਈਕ ਐਡੀਸ਼ਨ ਨੂੰ ਮਲਟੀਪਲਾਈ ਸਮਝ ਲੈਣਾ, ਤਾਂ ਆਪਰੇਸ਼ਨਸ ਦੇ ਵਿੱਚ ਉਹਨਾਂ ਨੂੰ ਮੋਸਟਲੀ ਕਨਫਿਊਜ਼ਨ ਰਹਿੰਦੀ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਕਵਰ ਕੀਤਾ ਸੀ ਡਿਸਪ੍ਰੈਕਸੀਆ। ਹੁਣ ਡਿਸਪ੍ਰੈਕਸੀਆ ਦੀ ਅਗਰ ਆਪਾਂ ਗੱਲ ਕਰੀਏ, ਤਾਂ ਡਿਸਪ੍ਰੈਕਸੀਆ ਕਿਤੇ ਨਾ ਕਿਤੇ ਅਗਰ ਆਪਾਂ ਗੱਲ ਕਰੀਏ ਜੋ ਆਪਣੀ ਸਕਿੱਲਸ ਹੁੰਦੀਆਂ ਨੇ, ਠੀਕ ਹੈ, ਜਿਵੇਂ ਫਾਈਨ ਮੋਟਰ ਸਕਿੱਲ ਜਾਂ ਗ੍ਰੋਸ ਮੋਟਰ ਸਕਿੱਲ। ਹੁਣ ਮੋਟਰ ਸਕਿੱਲ ਸਹੀ ਤਰੀਕੇ ਨਾਲ ਆਪਣੀਆਂ ਨਹੀਂ ਕੰਮ ਕਰਦੀਆਂ, ਇਸਦਾ ਮਤਲਬ ਆਪਾਂ ਕੀ ਤੋਂ ਇਫੈਕਟਡ ਹਾਂ, ਡਿਸਪ੍ਰੈਕਸੀਆ ਤੋਂ ਇਫੈਕਟਡ ਹਾਂ। ਠੀਕ ਹੈ, ਹੁਣ ਆਪਣੀ ਗ੍ਰੋਸ ਮੋਟਰ ਸਕਿੱਲ ਮਤਲਬ ਜੋ ਆਪਣੀਆਂ ਵੱਡੇ ਮਸਲਸ ਹੁੰਦੇ ਨੇ, ਆਰਮਸ, ਲੈਗਸ, ਠੀਕ ਹੈ, ਉਹ ਅਗਰ ਆਪਾਂ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਅੱਛੇ ਨਹੀਂ, ਅਗਰ ਆਪਾਂ ਕੋਆਰਡੀਨੇਸ਼ਨ ਨਹੀਂ ਅੱਛਾ ਬਣਾ ਪਾ ਰਹੇ, ਤਾਂ ਕਿਤੇ ਨਾ ਕਿਤੇ ਮੋਟਰ ਸਕਿੱਲ ਅੱਛੇ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀਆਂ, ਮਤਲਬ ਡਿਸਪ੍ਰੈਕਸੀਆ ਤੋਂ ਸਫਰ ਕੀਤਾ ਜਾ ਰਿਹਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਆਪਾਂ ਪੜ੍ਹਿਆ ਸੀ BOD ਦੇ ਵਿੱਚ ਆਪਾਂ ਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਬੋਡੀ ਡਿਸਮੋਰਫਿਕ ਡਿਸਆਰਡਰ, ਜਿਸ ਨੂੰ ਡਿਸਮੋਰਫੀਆ ਵੀ ਕਿਹਾ ਜਾਂਦਾ ਹੈ। ਹੁਣ ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਬੋਡੀ ਸ਼ੇਪ ਦੀ, ਖੁਦ ਨੂੰ ਅਜੀਬ ਲੱਗਣਾ, ਖੁਦ ਨੂੰ ਪਸੰਦ ਨਾ ਕਰਨਾ, ਜਾਂ ਖੁਦ ਨੂੰ ਲੱਗਣਾ ਕਿ ਹਾਂਜੀ ਮੇਰਾ ਚਿਹਰਾ ਕਿਸ ਤਰੀਕੇ ਨਾਲ ਹੈ, ਜੇ ਮੈਂ ਮੋਟਾ ਹੋ ਗਿਆ, ਜਾਂ ਖੁਦ ਨੂੰ ਹੋ ਸਕਦਾ ਉਹ ਸਿਰਫ ਇਮੈਜੀਨੇਸ਼ਨ ਹੋਵੇ, ਜਾਂ ਹੋ ਸਕਦਾ ਬਹੁਤ ਮਾਈਨਰ ਜਿਹੀ ਪ੍ਰੋਬਲਮ ਹੋਵੇ। ਠੀਕ ਹੈ, ਤਾਂ ਇੱਥੇ BOD ਮਤਲਬ ਆਪਣੇ ਆਪ ਤੋਂ ਸੈਟਿਸਫਾਈ ਨਾ ਹੋਣਾ, ਆਪਣੇ ਆਪ ਨੂੰ ਜਦੋਂ ਮਿਰਰ ਦੇ ਵਿੱਚ ਦੇਖਣਾ ਤਾਂ ਖੁਦ ਨੂੰ ਅਜੀਬ ਫੀਲ ਹੋਣਾ। ਡਿਸਥੇਮੀਆ, ਇਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਡਿਸਥੇਮੀਆ। ਤਾਂ ਬਿਲਕੁਲ ਡਿਸਥੇਮੀਆ ਬਾਰੇ ਗੱਲ ਕਰਦੇ ਤਾਂ ਡਿਸਥੇਮੀਆ ਦਾ ਮਤਲਬ ਹੁੰਦਾ ਕਿ ਬੱਚਾ ਮਾਈਲਡ ਜੀ ਟੈਨਸ਼ਨ ਦੇ ਵਿੱਚ ਰਹਿੰਦਾ ਹੈ, ਹਲਕੀ ਜੀ ਟੈਨਸ਼ਨ ਦੇ ਵਿੱਚ ਰਹਿੰਦਾ ਹੈ, ਔਰ ਅਗਰ ਉਹ ਟੈਨਸ਼ਨ ਲੌਂਗ ਟਰਮ ਦੇ ਵਿੱਚ ਚਲੀ ਜਾਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਇੱਕ ਕਾਰਨ ਬਣ ਸਕਦੀ ਹੈ। ਆਫਟਰ ਦੈਟ ਆਪਾਂ ਦੇਖਿਆ ਸੀ ਡਿਸਫੇਜ਼ੀਆ।
ਤੇ ਡਿਸਫੇਜ਼ੀਆ ਦਾ ਮਤਲਬ ਕੀ ਹੁੰਦਾ ਹੈ? ਡਿਸਫੇਜ਼ੀਆ ਦਾ ਮਤਲਬ ਹੁੰਦਾ ਹੈ ਲੈਂਗੁਏਜ ਡਿਸਆਰਡਰ। ਲੈਂਗੁਏਜ ਡਿਸਆਰਡਰ ਮਤਲਬ ਜਦੋਂ ਆਪਾਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਉਸਦਾ ਕਾਰਨ ਕੋਈ ਵੀ ਹੋ ਸਕਦਾ, ਬ੍ਰੇਨ ਡੈਮੇਜ ਹੋ ਸਕਦਾ ਹੈ, ਠੀਕ ਹੈ, ਜਿਹਦੇ ਕਰਕੇ ਆਪਣੀ ਸਪੀਕਿੰਗ ਸਕਿੱਲਸ ਹੁੰਦੀਆਂ ਨੇ ਜਾਂ ਲਿਸਨਿੰਗ ਸਕਿੱਲਸ ਹੁੰਦੀਆਂ ਨੇ, ਹਰ ਇੱਕ ਪ੍ਰਕਾਰ ਦੀ ਜੋ ਸਕਿੱਲ ਆਪਣੀ ਇਫੈਕਟ ਹੁੰਦੀ ਹੈ। ਲੈਂਗੁਏਜ ਡਿਸਆਰਡਰ ਹੈ, ਆਪਾਂ ਸਹੀ ਤਰੀਕੇ ਨਾਲ ਨਹੀਂ ਸੁਣ ਪਾਉਂਦੇ, ਸਮਝ ਨਹੀਂ ਪਾਉਂਦੇ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਰੀਡਿੰਗ ਰਾਈਟਿੰਗ 'ਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ, ਠੀਕ ਹੈ, ਤਾਂ ਬਿਲਕੁਲ ਕਿਤੇ ਨਾ ਕਿਤੇ ਡਿਸਫੇਜ਼ੀਆ ਕੀ ਹੁੰਦਾ? ਲੈਂਗੁਏਜ ਡਿਸਆਰਡਰ ਹੁੰਦਾ ਹੈ, ਠੀਕ ਹੈ। ਅਗਰ ਆਪਾਂ ਗੱਲ ਕੀਤੀ ਸੀ ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਅਫੇਜ਼ੀਆ ਦੀ। ਅਫੇਜ਼ੀਆ ਤੋਂ ਮਤਲਬ ਕੀ ਸੀ ਮੇਰਾ? ਅਫੇਜ਼ੀਆ ਤਾਂ ਆਪਾਂ ਵਿੱਚ ਅਫੇਜ਼ੀਆ ਵੀ ਇੱਕ ਲੈਂਗੁਏਜ ਡਿਸਆਰਡਰ ਹੀ ਹੈ। ਇਸ ਨੂੰ ਆਪਾਂ ਡਿਸਫੇਜ਼ੀਆ ਦੇ ਨਾਮ ਨਾਲ ਵੀ ਕਹਿ ਸਕਦੇ ਹਾਂ, ਮਤਲਬ ਦੋਨਾਂ 'ਚ ਕੋਈ ਇੰਨਾ ਖਾਸ ਡਿਫਰੈਂਸ ਨਹੀਂ ਹੈ, ਠੀਕ ਹੈ। ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਆਪਾਂ ਅਫੇਜ਼ੀਆ ਦੀ ਫਾਰਮ ਦੇ ਵਿੱਚ ਦੋਨਾਂ ਨੂੰ ਇਨਕਲੂਡ ਕਰ ਸਕਦੇ ਹਾਂ, ਡਿਸਫੇਜ਼ੀਆ ਨੂੰ ਵੀ ਅਫੇਜ਼ੀਆ ਨੂੰ ਵੀ। ਅਗਰ ਆਪਾਂ ਗੱਲ ਕਰੀਏ ਤਾਂ ਅਫੇਜ਼ੀਆ ਦੇ ਵਿੱਚ ਮੈਡੀਕਲ ਟਰਮ ਆਉਂਦੀ ਹੈ, ਲਾਈਕ ਅਗਰ ਆਪਣਾ ਬ੍ਰੇਨ ਕਿਤੇ ਨਾ ਕਿਤੇ ਟਿਊਮਰ ਤੋਂ ਜਾਂ ਕਿਸੇ ਨਾ ਕਿਸੇ ਡਿਸੀਜ਼ ਤੋਂ, ਠੀਕ ਹੈ, ਇਸ ਤਰੀਕੇ ਨਾਲ ਕਿਸੇ ਵੀ ਤਰੀਕੇ ਦੀ ਮੈਡੀਕਲ ਫਾਰਮ ਤੋਂ ਅਗਰ ਆਪਾਂ ਗੱਲ ਕਰੀਏ ਕਿ ਸਫਰ ਕਰ ਰਿਹਾ ਹੈ, ਤਾਂ ਉੱਥੇ ਜਿਸ ਕਰਕੇ ਆਪਾਂ ਨੂੰ ਲੈਂਗੁਏਜ ਡਿਸਆਰਡਰ ਹੋ ਰਿਹਾ, ਤਾਂ ਉੱਥੇ ਕੀ ਹੋਏਗਾ? ਅਫੇਜ਼ੀਆ ਹੋਏਗਾ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਆਪਾਂ ਪੜ੍ਹਿਆ ਸੀ ASD। ASD ਮੀਨ ਟੂ ਸੇ ਆਟਿਜ਼ਮ ਸਪੈਕਟਰਮ ਡਿਸਆਰਡਰ, ਠੀਕ ਹੈ, ਮਤਲਬ ਡਿਵੈਲਪਮੈਂਟ ਹੀ ਆਪਣਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਇਹਦੇ ਵਿੱਚ ਹਰ ਪ੍ਰਕਾਰ ਆਪਾਂ ਕਹਿ ਸਕਦੇ ਕਿ ਕਿਤੇ ਨਾ ਕਿਤੇ ਹਰ ਪੱਖ ਤੋਂ ਬੱਚਾ ਕੀ ਹੁੰਦਾ? ਇਫੈਕਟਡ ਹੁੰਦਾ। ਸੋਸ਼ਲੀ ਸਮਾਜ ਦੇ ਵਿੱਚ ਨਹੀਂ ਉਹਨੂੰ ਅੱਛਾ ਲੱਗਦਾ, ਕੋਗਨੀਟਿਵ ਮੈਂਟਲੀ ਇੰਨਾ ਡਿਵੈਲਪ ਨਹੀਂ ਕਰ ਪਾਉਂਦਾ, ਠੀਕ ਹੈ, ਇਮੋਸ਼ਨਲੀ ਇਫੈਕਟਡ ਹੁੰਦਾ, ਸ਼ਾਈ ਨੇਚਰ ਦਾ ਹੁੰਦਾ, ਠੀਕ ਹੈ, ਤਾਂ ਬਿਲਕੁਲ ਕਿਤੇ ਨਾ ਕਿਤੇ ਉਹਦਾ ਡਿਵੈਲਪਮੈਂਟ ਡਿਸਆਰਡਰ ਦੇ ਨਾਮ ਨਾਲ ਵੀ ਇਸਨੂੰ ਜਾਣਿਆ ਜਾਂਦਾ ਹੈ, ਠੀਕ ਹੈ। ਨੈਕਸਟ ਇਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ADHD, ਅਟੈਂਸ਼ਨ ਡਿਫਿਕਟ ਹਾਈਪਰ ਐਕਟੀਵਿਟੀ ਡਿਸਆਰਡਰ, ਸੌਰੀ ਇੱਥੇ SD ਆਏਗਾ। ADHD ਤਾਂ ਬਿਲਕੁਲ ਹਾਈਪਰ ਐਕਟੀਵਿਟੀ ਡਿਸਆਰਡਰ। ਹਾਈਪਰ ਐਕਟੀਵਿਟੀ ਤੋਂ ਹੀ ਤੁਸੀਂ ਇੱਥੇ ਸਮਝ ਗਏ ਹੋਵੋਗੇ ਕਿ ਬੱਚਾ ਬਹੁਤ ਜ਼ਿਆਦਾ ਐਕਟਿਵ ਹੁੰਦਾ ਹੈ, ਬਿਲਕੁਲ ਵੀ ਟਿੱਕੇ ਨਹੀਂ ਬੈਠਦਾ, ਜਿਹਨੂੰ ਆਪਾਂ ADHD ਮਤਲਬ ਅਟੈਂਸ਼ਨ ਡਿਫਿਕਟ ਹਾਈਪਰ ਐਕਟੀਵਿਟੀ ਡਿਸਆਰਡਰ ਦੇ ਨਾਮ ਨਾਲ ਵੀ ਜਾਣਦੇ ਹਾਂ। ਇਸ ਤੋਂ ਬਾਅਦ ਆਪਾਂ ਦੇਖਿਆ ਸੀ MR, ਜਿਸ ਨੂੰ ਆਪਾਂ ਮੈਂਟਲ ਰਿਟਾਰਡੇਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ। ਤਾਂ ਬਿਲਕੁਲ ਮੈਂਟਲ ਰਿਟਾਰਡੇਸ਼ਨ ਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ, ਇਸ ਨੂੰ ਇੰਟੈਕਚੁਅਲ ਡਿਸੇਬਿਲਿਟੀ ਕਹਿ ਲਓ ਜਾਂ ਮੈਂਟਲ ਰਿਟਾਰਡੇਸ਼ਨ ਕਹਿ ਲਓ, ਦੋਨਾਂ ਵਿੱਚ ਕੋਈ ਡਿਫਰੈਂਸ ਨਹੀਂ ਹੈ, ਕਿਉਂਕਿ ਇੰਟੈਕਚੁਅਲ ਡਿਸੇਬਿਲਿਟੀ ਨਵਾਂ ਨਾਮ ਮਿਲਿਆ ਸੀ ਇਸ ਨੂੰ 2016 ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਅੱਜ ਜੋ ਆਪਾਂ ਕੀਤਾ, ਇਹ ਜੋ ਉਹ ਡਿਸੇਬਿਲਿਟੀਜ਼ ਨੇ ਜੋ ਆਪਾਂ ਪ੍ਰੀਵੀਅਸ 2 ਵੀਡੀਓਜ਼ ਦੇ ਵਿੱਚ ਕਵਰ ਕੀਤੀਆਂ ਨੇ, ਤਾਂ ਬਿਲਕੁਲ ਸੈਰੀਬਲ ਪਾਲਿਸੀ। ਅਤੇ ਇਹਦੇ ਵਿੱਚ ਆਪਾਂ ਕੀ ਕੀਤਾ? ਇਹਦੇ ਵਿੱਚ ਆਪਾਂ ਨੇ ਦੇਖਿਆ ਕਿ ਬੱਚਾ ਜਨਮ ਤੋਂ ਪਹਿਲਾਂ ਅਗਰ ਉਸਦਾ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੋ ਪਾ ਰਿਹਾ ਮਾਈਂਡ ਦਾ, ਠੀਕ ਹੈ, ਤਾਂ ਜਿਹਦੇ ਕਰਕੇ ਇਹ ਜੋ ਡਿਸੇਬਿਲਿਟੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਆਫਟਰ ਦੈਟ ਆਪਾਂ ਦੇਖੀ ਲੋਕੋਮੋਟਰ ਡਿਸੇਬਿਲਿਟੀ। ਲੋਕੋਮੋਟਰ ਡਿਸੇਬਿਲਿਟੀ ਮਤਲਬ ਬੱਚੇ ਨੂੰ ਜਾਂ ਫਿਰ ਕਿਸੇ ਵੀ ਪਰਸਨ ਨੂੰ, ਠੀਕ ਹੈ, ਚੱਲਣ ਫਿਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬੋਨਸ ਦੇ ਮਸਲਸ ਉਸਦੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ। ਆਫਟਰ ਦੈਟ ਆਪਾਂ ਦੇਖਿਆ ਆਰਥੋਪੈਡਿਕਲ, ਠੀਕ ਹੈ, ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਆਪਣੇ ਦੇਖਿਆ ਕਿ ਚੱਲਣ ਫਿਰਨ ਦੇ ਨਾਲ ਨਾਲ ਲਿਸਨਿੰਗ, ਸਪੀਕਿੰਗ, ਰੀਡਿੰਗ, ਇਹਨਾਂ ਚੀਜ਼ਾਂ ਦੇ ਵਿੱਚ ਵੀ ਬੱਚਾ ਇਫੈਕਟਡ ਹੁੰਦਾ, ਜਿਹਦੇ ਕਰਕੇ ਉਸਦਾ ਐਜੂਕੇਸ਼ਨਲ ਫੀਲਡ ਬਹੁਤ ਜ਼ਿਆਦਾ ਇਫੈਕਟ ਹੋ ਚੁੱਕਿਆ ਹੁੰਦਾ, ਸਹੀ ਤਰੀਕੇ ਨਾਲ ਉਸਦਾ ਡਿਵੈਲਪਮੈਂਟ ਨਹੀਂ ਹੋ ਪਾਉਂਦਾ। ਫਿਰ ਆਪਾਂ ਦੇਖਿਆ ਵਿਜ਼ੂਅਲ, ਜਿਹਦੇ ਵਿੱਚ ਹਰ ਪ੍ਰਕਾਰ ਦੀ ਵਿਜ਼ੂਅਲ ਦੀ ਅਗਰ ਆਪਾਂ ਗੱਲ ਕਰੀਏ, ਚਾਹੇ ਉਹ ਬਲਾਈਂਡਨੈਸ ਹੋਵੇ, ਚਾਹੇ ਲੋ ਵਿਜ਼ਨ ਹੋਵੇ, ਠੀਕ ਹੈ, ਕਲਰ ਬਲਾਈਂਡਨੈਸ ਹੋਵੇ, ਉਹ ਹਰ ਪ੍ਰਕਾਰ ਦੀ ਜੋ ਡਿਸੇਬਿਲਿਟੀ ਹੈ ਇਸ ਦੇ ਵਿੱਚ ਇਨਕਲੂਡ ਹੁੰਦੀ ਹੈ। ਹੀਅਰਿੰਗ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਹੀ ਤਰੀਕੇ ਨਾਲ ਨਾ ਸੁਣ ਪਾਉਣਾ, ਠੀਕ ਹੈ, ਉੱਚਾ ਸੁਣਨਾ ਜਾਂ ਸਹੀ ਤਰੀਕੇ ਨਾਲ ਨਾ ਸੁਣ ਪਾਉਣਾ। ਆਫਟਰ ਦੈਟ ਆਪਾਂ ਨੇ ਕੀਤਾ APD, ਠੀਕ ਹੈ, ਆਡਿਟਰੀ ਆਡਿਟਰੀ ਪ੍ਰੋਸੈਸਿੰਗ ਡਿਸਆਰਡਰ, ਮਤਲਬ ਸਹੀ ਤਰੀਕੇ ਨਾਲ ਆਵਾਜ਼ ਨਹੀਂ ਪਹਿਚਾਣ ਪਾਉਂਦਾ, ਆਵਾਜ਼ ਪਹਿਚਾਣਨ ਦੇ ਵਿੱਚ ਦਿੱਕਤ ਆਉਂਦੀ ਹੈ, ਠੀਕ ਹੈ। ਤਾਂ ਇਹ ਸਾਰੀਆਂ ਡਿਸੇਬਿਲਿਟੀਜ਼ ਨੇ ਜੋ ਆਪਾਂ ਹੁਣ ਤੱਕ ਕਵਰ ਕੀਤੀਆਂ, ਔਰ ਸਾਰੀਆਂ ਦੀਆਂ ਸਾਰੀਆਂ ਹੀ ਬਹੁਤ ਜ਼ਿਆਦਾ ਕੀ ਨੇ? ਇੰਪੋਰਟੈਂਟ ਨੇ, ਠੀਕ ਹੈ ਜੀ। ਉਮੀਦ ਹੈ ਸਾਰੀਆਂ ਦੀਆਂ ਸਾਰੀਆਂ ਡਿਸੇਬਿਲਿਟੀਜ਼ ਤੁਹਾਨੂੰ ਕਲੀਅਰ ਹੋਣੀਆਂ। ਅਗਰ ਕਿਸੇ ਵੀ ਤਰੀਕੇ ਦਾ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਐਕਟ ਨੂੰ, ਕਿ ਕਿਹੜੇ ਕਿਹੜੇ ਐਕਟ ਨੇ, ਠੀਕ ਹੈ। ਹੁਣ ਐਕਟ ਦੇ ਵਿੱਚ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਬਿਕੋਜ਼ ਆਫ ਡਿਸੇਬਿਲਿਟੀਜ਼। ਹੁਣ ਪਹਿਲੇ ਇਸ ਚੀਜ਼ ਨੂੰ ਥੋੜ੍ਹਾ ਸਮਝਦੇ ਹਾਂ ਕਿ ਐਕਟ ਬਣਾਉਣ ਦੀ ਜ਼ਰੂਰਤ ਕਿਉਂ ਪਈ, ਠੀਕ ਹੈ। ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਬਿਕੋਜ਼ ਆਫ ਡਿਸੇਬਿਲਿਟੀਜ਼ ਜੋ ਫੁੱਲ ਪਾਰਟੀਸਪੇਸ਼ਨ ਹੈ ਉਹ ਨਹੀਂ ਨਜ਼ਰ ਆਇਆ, ਠੀਕ ਹੈ। ਜੋ ਪਰਸਨ, ਸ਼ਾਇਦ ਇੱਕ ਬੱਚਾ ਲਗਾ ਲਓ, ਠੀਕ ਹੈ, ਉਹ ਪ੍ਰੋਪਰ ਹੈਲਦੀ ਹੈ, ਔਰ ਦੂਸਰੀ ਸਾਈਡ 'ਤੇ ਇੱਕ ਹੋਰ ਚਾਈਲਡ ਹੈ ਜੋ ਕਿਤੇ ਨਾ ਕਿਸੇ ਡਿਸੇਬਿਲਿਟੀ ਤੋਂ ਅਫੈਕਟਡ ਹੈ, ਠੀਕ ਹੈ। ਦੋਨਾਂ ਨੂੰ ਇਕੁਅਲ ਓਪਰਚੁਨਿਟੀਜ਼ ਦਿੱਤੀਆਂ ਜਾਣ, ਦੋਨਾਂ ਨੂੰ ਪਾਰਟੀਸਪੇਸ਼ਨ ਦੇ ਇਕੁਅਲ ਰਾਈਟਸ ਨੇ, ਔਰ ਦੋਨਾਂ ਦੀ ਫੁੱਲ ਪਾਰਟੀਸਪੇਸ਼ਨ ਨਜ਼ਰ ਆਵੇ, ਇਸ ਲਈ 1995 ਦੇ ਵਿੱਚ ਇੱਕ ਐਕਟ ਬਣਾਇਆ ਗਿਆ। ਉਸ ਐਕਟ ਦੇ ਅੰਦਰ, ਮਤਲਬ ਉਸ ਐਕਟ ਦੇ ਅਧੀਨ ਆਪਾਂ ਇਹ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਇਕੁਅਲ ਰਾਈਟਸ, ਬੱਚੇ ਮਤਲਬ ਹਰ ਇੱਕ ਪਰਸਨ ਦੇ 'ਤੇ ਗੱਲ ਹੋ ਰਹੀ ਹੈ, ਨੋਟ ਓਨਲੀ ਚਾਈਲਡ ਜੋ ਵੀ ਡਿਸੇਬਲ ਨੇ, ਠੀਕ ਹੈ, ਅਤੇ ਉਹਨਾਂ ਨੂੰ ਇਕੁਅਲ ਓਪਰਚੁਨਿਟੀਜ਼ ਮਿਲਣ। ਇਹ ਨਹੀਂ ਆਪਾਂ ਕਹਿ ਸਕਦੇ ਕਿ ਜਸਟ ਬਿਕੋਜ਼ ਆਫ ਹੀ ਇਜ਼ ਡਿਸੇਬਲ ਉਸਨੂੰ
ਇਸ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਨ ਨੂੰ ਮਿਲੇਗਾ। ਠੀਕ ਹੈ, ਤਾਂ ਇੱਦਾਂ ਨਹੀਂ ਹੋਣਾ ਚਾਹੀਦਾ। ਓਪਰਚੁਨਿਟੀ ਇਕੁਅਲ ਹੋਣੀ ਚਾਹੀਦੀ ਹੈ ਡਿਸੇਬਲ ਔਰ ਨੋਨ ਡਿਸੇਬਲ ਪਰਸਨ ਦੀ। ਉਹਨਾਂ ਦੇ ਰਾਈਟਸ ਬਿਲਕੁਲ ਸੇਮ ਹੁੰਦੇ ਨੇ ਕਿਉਂਕਿ, ਔਰ ਉਹਨਾਂ ਦੋਨਾਂ ਨੂੰ ਫੁੱਲ ਪਾਰਟਿਸਿਪੇਸ਼ਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ। ਠੀਕ ਹੈ ਜੀ। ਔਰ ਇਸ ਲਈ 1995 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਜਿਹਦੇ ਥਰੂ ਉਹਨਾਂ ਨੂੰ ਇਹ ਰਾਈਟਸ ਦਿੱਤੇ ਗਏ। ਹੁਣ ਇਹ ਬਣਾਇਆ ਗਿਆ ਸੀ ਐਕਟ 1995 ਦੇ ਵਿੱਚ, ਬਟ ਇਸ ਐਕਟ ਨੂੰ ਅਪਲਾਈ ਕਦੋਂ ਕੀਤਾ ਗਿਆ ਸੀ 1996 ਦੇ ਵਿੱਚ। ਕਦੋਂ? 7 ਫੈਬ ਨੂੰ 1996 ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਸ ਐਕਟ ਨੂੰ ਅਪਲਾਈ ਕੀਤਾ ਗਿਆ ਸੀ। ਕਿਹਦੇ ਇਲਾਵਾ? ਜੰਮੂ ਐਂਡ ਕਸ਼ਮੀਰ ਦੇ ਇਲਾਵਾ, ਕਿਉਂਕਿ ਉਸ ਟਾਈਮ 'ਤੇ ਉਹ ਸ਼ਾਇਦ ਇੰਡੀਆ ਦਾ ਪਾਰਟ ਨਹੀਂ ਸੀ। ਕਲੀਅਰ? ਸ਼ਾਇਦ ਕਿਉਂ, ਆਪਾਂ ਸਭ ਨੂੰ ਹੀ ਪਤਾ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਅਪਲਾਈ ਕੀਤਾ ਗਿਆ ਸੀ 1996 ਦੇ ਵਿੱਚ, ਬਣਾਇਆ ਗਿਆ ਸੀ 1995 ਦੇ ਵਿੱਚ। ਹੁਣ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ, ਮੈਂ ਤੁਹਾਨੂੰ ਦੱਸਿਆ ਨਹੀਂ ਦੱਸਿਆ ਤਾਂ ਹੁਣ ਦੱਸ ਦਿੰਦੇ ਹਾਂ ਕਿ 7 ਡਿਸੇਬਿਲਿਟੀਜ਼ ਨੇ ਜੋ ਇਹਦੇ ਵਿੱਚ ਇਨਕਲੂਡਡ ਨੇ। ਠੀਕ ਹੈ, ਜਦੋਂ ਇਹ ਕਿਹਾ ਗਿਆ ਕਿ ਇਸ ਐਕਟ ਦੇ ਵਿੱਚ ਕਿਹੜੇ ਪਰਸਨ ਨੂੰ ਲਿਆ ਜਾਏਗਾ, ਤਾਂ ਉਸ ਟਾਈਮ 'ਤੇ 7 ਡਿਸੇਬਿਲਿਟੀਜ਼ ਲਿਖੀਆਂ ਗਈਆਂ ਕਿ ਉਹ ਸਾਰੇ ਪਰਸਨ ਜੋ ਇਹਨਾਂ 7 ਡਿਸੇਬਿਲਿਟੀਜ਼ ਤੋਂ ਇਫੈਕਟਡ ਨੇ, ਉਹਨਾਂ ਸਾਰਿਆਂ ਨੂੰ ਇਕੁਅਲ ਰਾਈਟਸ ਮਿਲਣਗੇ, ਇਕੁਅਲ ਓਪਰਚੁਨਿਟੀਜ਼ ਮਿਲਣਗੀਆਂ, ਇਕੁਅਲ ਪਾਰਟਿਸਿਪੇਸ਼ਨ ਦਾ ਪੂਰਾ ਮੌਕਾ ਮਿਲੇਗਾ। ਠੀਕ ਹੈ, ਹੁਣ ਆਪਾਂ ਇਹ ਦੇਖਦੇ ਹਾਂ ਕਿ ਉਹ 7 ਡਿਸੇਬਿਲਿਟੀਜ਼ ਕਿਹੜੀਆਂ ਨੇ। ਤਾਂ ਬਿਲਕੁਲ ਸਭ ਤੋਂ ਪਹਿਲੀ ਡਿਸੇਬਿਲਿਟੀ ਤੁਹਾਡੇ ਸਾਹਮਣੇ ਹੈ ਬਲਾਈਂਡਨੈਸ। ਠੀਕ ਹੈ, ਮਤਲਬ ਨਾ ਦੇਖ ਪਾਣਾ। ਸੈਕਿੰਡ, ਲੋ ਵਿਜ਼ਨ ਵੀ ਆਪਾਂ ਨੂੰ ਪਤਾ ਹੈ। ਠੀਕ ਹੈ, ਘੱਟ ਦੇਖ ਪਾਣਾ। ਲੈਪਰੋਜ਼ੀ ਕਰਟ ਮਤਲਬ ਕੀ ਹੈ? ਸਕਿਨ ਪ੍ਰੋਬਲਮ ਨੂੰ ਕਿਹਾ ਜਾਂਦਾ ਹੈ। ਹੀਅਰਿੰਗ ਇੰਪੇਅਰਮੈਂਟ, ਲੋਕੋਮੋਟਰ ਡਿਸੇਬਿਲਿਟੀ, ਮੈਂਟਲ ਰਿਟਾਰਡੇਸ਼ਨ, ਜੋ ਕਿ ਆਪਾਂ ਹੁਣੇ ਡਿਟੇਲ ਦੇ ਵਿੱਚ ਕੱਲੀ ਡਿਸਕਸ ਕਰ ਚੁੱਕੇ ਹਾਂ, ਕੱਲੀ ਡਿਸੇਬਿਲਿਟੀ ਨੂੰ। ਤਾਂ ਬਿਲਕੁਲ ਇਹ ਸਾਰੀਆਂ 7 ਡਿਸੇਬਿਲਿਟੀਜ਼ ਸੀਗੀਆਂ ਜੋ ਬਿਲਕੁਲ ਸਟਾਰਟਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਅਗਰ ਕੋਈ ਵੀ ਪਰਸਨ ਇਹਨਾਂ 7 ਡਿਸੇਬਿਲਿਟੀਜ਼ ਤੋਂ ਇਫੈਕਟਡ ਹੈ ਤਾਂ ਉਸਨੂੰ ਇਕੁਅਲ ਰਾਈਟਸ ਔਰ ਓਪਰਚੁਨਿਟੀਜ਼ ਮਿਲਣਗੀਆਂ। ਠੀਕ ਹੈ ਜੀ। ਤਾਂ ਬਿਲਕੁਲ ਇਹ ਇੱਕ ਇੰਪੋਰਟੈਂਟ ਜੇ ਹੋ ਜਾਂਦਾ ਹੈ। ਹੁਣ ਇਹਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ? ਪਹਿਲਾਂ ਤਾਂ ਆਪਣੇ ਮਾਈਂਡ ਦੇ ਵਿੱਚ ਇਹ 7 ਡਿਸੇਬਿਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਆਪਣੇ ਮਾਈਂਡ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਐਕਟ ਕਦੋਂ ਬਣਿਆ? 1995 ਦੇ ਵਿੱਚ ਬਣਿਆ। ਕਦੋਂ ਅਪਲਾਈ ਕੀਤਾ ਗਿਆ? 1996 ਦੇ ਵਿੱਚ ਅਪਲਾਈ ਕੀਤਾ ਗਿਆ। ਔਰ ਉਸ ਤੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਐਕਟ ਦਾ ਨੇਮ ਕੀ ਹੈ? ਪਰਸਨ ਵਿਦ ਡਿਸੇਬਿਲਿਟੀ ਐਕਟ। ਕਲੀਅਰ? ਤਾਂ ਇਹ ਆਪਣਾ ਪਹਿਲਾ ਐਕਟ ਸੀ। ਹੁਣ ਅਗਰ ਆਪਾਂ ਗੱਲ ਕਰੀਏ ਕਿ ਕਿਵੇਂ ਦਾ ਕੁਐਸਚਨ ਬਣ ਸਕਦਾ, ਲਾਈਕ ਮੈਂ ਤੁਹਾਨੂੰ ਐਗਜ਼ਾਮ ਦੇ ਵਿੱਚ ਤੁਹਾਨੂੰ ਕੁਐਸਚਨ ਮਿਲ ਜਾਵੇ ਕਿ ਪਰਸਨ ਵਿਦ ਡਿਸੇਬਿਲਿਟੀ ਐਕਟ ਦੇ ਵਿੱਚ ਕਿਹੜੀ ਇੱਕ ਡਿਸੇਬਿਲਿਟੀ ਇਨਕਲੂਡ ਨਹੀਂ ਹੈਗੀ। ਹੋ ਸਕਦਾ ਤੁਹਾਨੂੰ ਇਹਨਾਂ ਚਾਰਾਂ ਦੇ ਵਿੱਚ 3 ਡਿਸੇਬਿਲਿਟੀਜ਼ ਨਜ਼ਰ ਆਉਣ, ਬਟ ਇੱਕ ਡਿਸੇਬਿਲਿਟੀ ਕੋਈ ਹੋਰ ਹੋਵੇ ਜੋ ਪਰਸਨ ਵਿਦ ਡਿਸੇਬਿਲਿਟੀ ਐਕਟ ਦੇ ਵਿੱਚ ਨਹੀਂ ਹੈ। ਠੀਕ ਹੈ, ਤਾਂ ਉਸ ਜਗ੍ਹਾ 'ਤੇ ਆਪਾਂ ਨੂੰ ਉਸ ਚੀਜ਼ ਦਾ ਪੂਰਾ ਆਪਾਂ ਨੂੰ ਇਹ ਜੋ ਸਾਰੀਆਂ ਡਿਸੇਬਿਲਿਟੀਜ਼ ਨੇ ਆਪਣੇ ਮਾਈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਕਲੀਅਰ? ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਸੈਕਿੰਡ ਐਕਟ ਆਪਣੇ ਸਾਹਮਣੇ ਆ। ਐਕਟ ਦਾ ਨਾਮ ਦੇਖ ਲੈਂਦੇ ਹਾਂ, ਦ ਰਾਈਟ ਆਫ ਪਰਸਨ ਵਿਦ ਡਿਸੇਬਿਲਿਟੀ ਬਿੱਲ 216। ਤਾਂ ਬਿਲਕੁਲ 2016 ਦੇ ਵਿੱਚ ਇੱਕ ਹੋਰ ਐਕਟ ਆਪਣੇ ਸਾਹਮਣੇ ਆਉਂਦਾ ਹੈ ਜਿਹਦੇ ਵਿੱਚ 21 ਡਿਸੇਬਿਲਿਟੀਜ਼ ਲਈਆਂ ਗਈਆਂ। ਜੇਕਰ ਆਪਾਂ ਇਹ ਗੱਲ ਕਹੀਏ ਕਿ ਹਾਂਜੀ ਜੋ ਪਹਿਲਾ ਐਕਟ ਬਣਾਇਆ ਗਿਆ ਸੀ ਉਸਨੂੰ ਹੀ ਉਹਦੇ ਵਿੱਚ ਸੁਧਾਰ ਕਰਕੇ ਦੁਬਾਰਾ ਉਸ ਐਕਟ ਨੂੰ ਆਪਾਂ ਇੱਕ ਤਰੀਕੇ ਨਾਲ ਰੀਨਿਊ ਕਹਿ ਸਕਦੇ ਹਾਂ ਕੀਤਾ ਗਿਆ, ਜੋ ਕਿ 2016 ਵਿੱਚ ਸਾਡੇ ਸਾਹਮਣੇ ਆਇਆ। ਠੀਕ ਹੈ, ਔਰ ਉਹਦੇ ਵਿੱਚ ਪਹਿਲਾਂ 7 ਡਿਸੇਬਿਲਿਟੀ ਸੀਗੀਆਂ, ਹੁਣ 7 ਦੀ ਜਗ੍ਹਾ 21 ਡਿਸੇਬਿਲਿਟੀਜ਼ ਨੇ ਜੋ ਉਹਦੇ ਵਿੱਚ ਇਨਕਲੂਡ ਕਰ ਦਿੱਤੀਆਂ ਗਈਆਂ। ਠੀਕ ਹੈ, ਹੁਣ ਮਤਲਬ ਇੱਕ ਗੱਲ ਹੋਰ ਹੈ ਕਿ ਇਹਦੇ ਵਿੱਚ ਪਿਛਲੀਆਂ 7 ਤਾਂ ਹੋਣਗੀਆਂ ਹੀ। ਕਲੀਅਰ? ਪਿਛਲੀਆਂ 7 ਤਾਂ ਸੀ, ਔਰ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ 14 ਹੋਰ ਐਡ ਕਰ ਦਿੱਤੀਆਂ ਗਈਆਂ ਜਿਹਦੇ ਕਰਕੇ ਟੋਟਲ ਕੀ ਬਣ ਗਿਆ? 21 ਬਣ ਗਈਆਂ। ਹੁਣ ਇੱਕ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਕਿਹੜੀ ਡਿਸੇਬਿਲਿਟੀ ਹੈ ਜੋ ਨਵੀਂ ਐਡ ਹੋਈ? ਨਵੀਂ ਐਡ ਹੋਈ ਦਾ ਮਤਲਬ ਕੀ ਹੈ? ਹੁਣ ਜਿਵੇਂ ਦ ਰਾਈਟ ਆਫ ਦ ਪਰਸਨ ਵਿਦ ਡਿਸੇਬਿਲਿਟੀ 2006 ਦੇ ਵਿੱਚ ਕਿਹੜੀ ਇੱਕ ਡਿਸੇਬਿਲਿਟੀ ਨਵੀਂ ਐਡ ਹੋਈ? ਨਵੀਂ ਐਡ ਦਾ ਮਤਲਬ ਕੀ ਹੈ? ਹੋ ਸਕਦਾ ਤੁਹਾਨੂੰ 3 ਡਿਸੇਬਿਲਿਟੀਜ਼ ਇੱਦਾਂ ਦੀਆਂ ਹੋਣ ਜੋ ਫਸਟ ਦੇ ਵਿੱਚ ਵੀ ਨੇ ਔਰ ਸੈਕਿੰਡ ਦੇ ਵਿੱਚ ਵੀ ਨੇ, ਔਰ ਫੋਰਥ ਵਨ ਥੋੜ੍ਹੀ ਡਿਫਰੈਂਟ ਹੋਵੇ। ਠੀਕ ਹੈ, ਤਾਂ ਉੱਥੇ ਉਹ ਤੁਹਾਡਾ ਆਨਸਰ ਹੋ ਜਾਂਦਾ ਹੈ। ਮੈਂ ਜਿਸ ਤੋਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਹਾਂ ਕਿ ਇਸ ਤਰੀਕੇ ਦੇ ਕੁਐਸਚਨ ਸ਼ਾਇਦ ਬਣ ਸਕਦੇ ਨੇ ਜਾਂ ਬਣਦੇ ਹਾਲੇ ਤੱਕ ਆਏ ਨਹੀਂ। ਠੀਕ ਹੈ, ਤਾਂ ਇੰਪੋਰਟੈਂਟ ਟੌਪਿਕ ਹੈ, ਇਸ ਲਈ ਤੁਹਾਨੂੰ ਪੂਰਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਤੁਸੀਂ ਸਮਝ ਰਹੇ ਹੋਵੋਗੇ। ਤਾਂ ਬਿਲਕੁਲ ਇਹਦੇ ਵਿੱਚ ਦੇਖ ਲੈਂਦੇ ਹਾਂ ਕਿਹੜੀਆਂ 21 ਡਿਸੇਬਿਲਿਟੀਜ਼ ਨੇ। ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਹੈ ਬਲਾਈਂਡਨੈਸ, ਜੋ ਕਿ ਪਹਿਲਾਂ ਵੀ ਸੀ ਔਰ ਹੁਣ ਵੀ ਹੈ। ਲੋ ਵਿਜ਼ਨ, ਜੋ ਕਿ 1995 ਦੇ ਐਕਟ ਦੇ ਵਿੱਚ ਵੀ ਸੀ ਔਰ ਹੁਣ ਵੀ 2016 ਦੇ ਐਕਟ ਦੇ ਵਿੱਚ ਵੀ ਹੈ। ਠੀਕ ਹੈ ਜੀ, ਬਿਲਕੁਲ ਸਕਿਨ ਪ੍ਰੋਬਲਮ ਦੇ ਨਾਮ ਨਾਲ ਜੋ ਜਾਣੀ ਜਾਂਦੀ ਹੈ। ਠੀਕ ਹੈ, ਉਹ ਵੀ ਪਹਿਲਾਂ ਵੀ ਸੀ ਔਰ ਹੁਣ ਵੀ ਹੈ। ਲੋਕੋਮੋਟਰ ਡਿਸੇਬਿਲਿਟੀ, ਇਹ ਵੀ ਪਹਿਲਾਂ ਤੋਂ ਹੀ ਸੀ। ਠੀਕ ਹੈ, ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਡਾਰਫਿਜ਼ਮ ਦੇ ਵਿੱਚ ਕੀ ਹੈ? ਬੋਨਾਪਨ, ਜਿਸ ਨੂੰ ਅਗਰ ਆਪਾਂ ਗੱਲ ਕਰੀਏ ਬੋਨਾਪਨ ਤੋਂ ਸਾਰੇ ਸਮਝਦੇ ਹੋਣਗੇ ਹਾਈਟ ਦਾ ਬਹੁਤ ਜ਼ਿਆਦਾ ਛੋਟਾ ਹੋਣਾ। ਠੀਕ ਹੈ, ਉਹ ਇੱਕ ਡਿਸਆਰਡਰ ਮੰਨਿਆ ਜਾਂਦਾ ਜਿਸ ਨੂੰ ਡਾਰਫਿਜ਼ਮ ਜਾਂ ਮਤਲਬ ਬੋਨਾਪਨ ਕਿਹਾ ਜਾਂਦਾ ਹੈ। ਠੀਕ ਹੈ, ਉਹ ਇਸ ਦੇ ਵਿੱਚ ਕੀ ਹੈ? ਹੁਣ ਇਹ ਪਹਿਲਾਂ ਨਹੀਂ ਸੀ ਬਟ ਇਹ ਹੁਣ ਨਵਾਂ ਐਡ ਹੋਇਆ ਹੈ। ਠੀਕ ਹੈ, ਇਸ ਨੂੰ ਇਸ ਦੇ ਵਿੱਚ ਐਡ ਕੀਤਾ ਗਿਆ ਹੈ। ਇੰਟੈਲੈਕਚੁਅਲ ਡਿਸੇਬਿਲਿਟੀ, ਜਿਸ ਨੂੰ ਕਿ ਮੈਂਟਲ ਰਿਟਾਰਡੇਸ਼ਨ ਵੀ ਕਿਹਾ ਜਾਂਦਾ। ਹੁਣ ਬਹੁਤ ਸਾਰੇ ਸਟੂਡੈਂਟ ਇੱਥੇ ਕਨਫਿਊਜ਼ ਹੋ ਜਾਣਗੇ ਕਿ ਇੰਟੈਲੈਕਚੁਅਲ ਡਿਸੇਬਿਲਿਟੀ ਹੁਣ ਐਡ ਹੋਈ ਹੈ, ਪਹਿਲਾਂ ਨਹੀਂ ਸੀ।
ਬੱਚੋ ਪਹਿਲਾਂ ਵੀ ਸੀ, ਕਿਉਂਕਿ ਉਸਨੂੰ ਪਹਿਲਾਂ ਕਿਸ ਨਾਮ ਨਾਲ ਲਿਖਿਆ ਹੋਇਆ ਸੀ, ਮੈਂਟਲ ਰਿਟਾਰਡੇਸ਼ਨ ਦੇ ਨਾਮ ਨਾਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਉਸਨੂੰ ਨਵਾਂ ਨਾਮ ਦਿੱਤਾ ਗਿਆ ਸੀ 2016 ਦੇ ਵਿੱਚ, ਜਿਸ ਨੂੰ ਆਪਾਂ ਇੰਟੈਕਚੁਅਲ ਡਿਸੇਬਿਲਿਟੀ ਬੋਲਦੇ ਹਾਂ। ਠੀਕ ਹੈ, ਤਾਂ ਦੋਨੋਂ ਸੇਮ ਹੀ ਚੀਜ਼ ਨੇ। ਮੈਂਟਲ ਇਲਨੈਸ, ਠੀਕ ਹੈ, ਜੋ ਕਿ ਪਹਿਲਾਂ ਵੀ ਇਨਕਲੂਡਡ ਸੀ ਔਰ ਹੁਣ ਵੀ ਇਨਕਲੂਡਡ ਹੈ। ਤਾਂ ਹੁਣ ਤੱਕ ਦੀਆਂ ਜਿਹੜੀਆਂ 7 ਸੀ ਉਹ ਕੰਪਲੀਟ ਹੋ ਜਾਂਦੀਆਂ ਨੇ। ਹੁਣ ਜਿੰਨੀਆਂ ਵੀ ਆਉਣਗੀਆਂ ਉਹ ਸਾਰੀਆਂ ਨਵੀਆਂ ਐਡ ਕੀਤੀਆਂ ਗਈਆਂ ਡਿਸੇਬਿਲਿਟੀਜ਼ ਹੋਣਗੀਆਂ। ਤਾਂ ਬਿਲਕੁਲ ਸੈਰੇਬਰਲ ਪਾਲਿਸੀ, ਜੋ ਕਿ ਆਪਾਂ ਹੁਣੀ ਆਪਾਂ ਕਰਕੇ ਹਟੇ ਹਾਂ। ਸਪੈਸੀਫਿਕ ਲਰਨਿੰਗ ਡਿਸੇਬਿਲਿਟੀ, ਕਲੀਅਰ। ਅਗਰ ਆਪਾਂ ਗੱਲ ਕਰੀਏ ਹੀਅਰਿੰਗ ਇੰਪਾਇਰਮੈਂਟ, ਮਤਲਬ ਜੋ ਉਹ ਸਾਰੇ ਪਰਸਨ ਜਿਹੜੇ ਕਿ ਕਿਤੇ ਨਾ ਕਿਤੇ ਨਹੀਂ ਸਹੀ ਤਰੀਕੇ ਨਾਲ ਸੁਣ ਪਾਉਂਦੇ। ਸਪੀਚ ਐਂਡ ਲੈਂਗੁਏਜ ਡਿਸਆਰਡਰ ਵੀ ਕਿਹਾ ਜਾ ਸਕਦਾ ਇਸ ਨੂੰ। ਮਸਲਸ ਨਾਲ ਰਿਲੇਟਡ ਹੈ, ਠੀਕ ਹੈ ਜੀ। ਐਸਿਡ ਅਟੈਕ, ਜੋ ਪਰਸਨਸ ਕਿਤੇ ਨਾ ਕਿਤੇ ਇਸ ਚੀਜ਼ ਨਾਲ ਸਫਰ ਕਰਦੇ ਨੇ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ ਪਾਰਕਿਸਨਸ ਡਿਸੀਜ਼, ਮਤਲਬ ਬਹੁਤ ਸਾਰੇ ਇੱਦਾਂ ਦੀ ਗੱਲ ਕਰੀਏ ਇਹਦੇ ਵਿੱਚ ਕੰਬਦੇ ਰਹਿਣਾ, ਠੀਕ ਹੈ, ਉਹ ਚੀਜ਼ ਆਪਾਂ ਦੇਖ ਸਕਦੇ ਹਾਂ ਕਿ ਬੰਦਾ ਕੰਬਦਾ ਰਹਿੰਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਸੈਂਟਰਲ ਨਰਵਸ ਸਿਸਟਮ ਨਾਲ ਰਿਲੇਟਡ ਜੋ ਵੀ ਡਿਸੀਜ਼ ਹੁੰਦੀਆਂ ਨੇ ਉਹ ਇਹਦੇ ਵਿੱਚ ਇਨਕਲੂਡਡ ਹੁੰਦੀਆਂ ਨੇ, ਠੀਕ ਹੈ। ਮਲਟੀਪਲ ਸਕੈਲਰਸਿਸ, ਠੀਕ ਹੈ। ਹੁਣ ਬਲੱਡ ਡਿਸਆਰਡਰ ਵੀ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਗਿਆ। ਦੇਖੋ ਬਲੱਡ ਡਿਸਆਰਡਰ ਨਾਲ ਰਿਲੇਟਡ 3 ਡਿਸੀਜ਼ ਤੁਹਾਨੂੰ ਨਜ਼ਰ ਆ ਰਹੀਆਂ ਨੇ, ਤਿੰਨੋਂ ਤੁਹਾਡੇ ਸਾਹਮਣੇ ਨੇ, ਠੀਕ ਹੈ, ਤੁਸੀਂ ਇਹਨਾਂ ਤਿੰਨਾਂ ਨੂੰ ਦੇਖ ਸਕਦੇ ਹੋ। ਨੈਕਸਟ ਅਗਰ ਆਪਾਂ ਗੱਲ ਕਰੀਏ ਔਟਿਜ਼ਮ ਸਪੈਕਟਰਮ ਡਿਸਆਰਡਰ, ਠੀਕ ਹੈ, ਜਿਸ ਨੂੰ ਆਪਾਂ ASD ਦੇ ਨਾਲ ਪੂਰਾ ਡਿਸਕਸ ਕਰਕੇ ਹਟੇ ਹਾਂ। ASD ਕੀ ਹੈ, ਕਿਵੇਂ, ਸਾਰਾ ਕੁਛ ਇਹਦੇ ਨਾਲ ਰਿਲੇਟਡ ਆਪਾਂ ਦੇਖਿਆ ਸੀ। ਦਿਮਾਗ ਲੰਬੇ ਸਮੇਂ ਤੋਂ ਕੀ ਰਹਿੰਦਾ ਹੈ, ਮਤਲਬ ਅਗਰ ਲੰਬੇ ਸਮੇਂ ਤੋਂ ਕਿਤੇ ਨਾ ਕਿਤੇ ਆਪਣਾ ਮੈਂਟਲੀ ਪ੍ਰੋਬਲਮ ਰਹਿ ਰਹੀ ਹੈ ਤਾਂ ਉਹ ਵੀ ਇੱਕ ਡਿਸਆਰਡਰ ਹੈ, ਠੀਕ ਹੈ। ਤਾਂ ਬਿਲਕੁਲ ਉਹ ਪੂਰਾ ਤੁਹਾਡੇ ਸਾਹਮਣੇ ਲਿਖਿਆ ਹੋਇਆ, ਤੁਸੀਂ ਉਸਦੇ ਜੋ ਨੋਟਸ ਨੇ ਬਣਾ ਸਕਦੇ ਹੋ ਜਾਂ ਮਿਲ ਜਾਣਗੇ ਤੁਹਾਨੂੰ, ਠੀਕ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਤੁਹਾਨੂੰ ਸਿਰਫ ਆਪਣੇ ਮਾਈਂਡ 'ਚ ਆਪਾਂ ਸਿੰਪਲ ਸ਼ਬਦ 'ਚ ਕਿਤੇ ਨਾ ਕਿਤੇ ਯਾਦ ਕਰਨੀਆਂ ਨੇ, ਠੀਕ ਹੈ, ਯਾਦ ਕਰਨੀਆਂ ਨੇ। ਇਸ ਲਈ ਤੁਹਾਡੇ ਚੰਗੇ ਤਰੀਕੇ ਨਾਲ ਕਲੀਅਰ ਹੋ ਜਾਣ, ਇਸ ਲਈ ਮੈਂ ਤੁਹਾਨੂੰ ਨਾਲ ਸਪੈਸ਼ਲੀ ਦੱਸ ਰਹੀ ਹਾਂ ਕਿ ਬਲੱਡ ਡਿਸਆਰਡਰ ਹੈ ਜਾਂ ਇਸ ਨੂੰ ਪੰਜਾਬੀ 'ਚ ਆਪਾਂ ਕੀ ਕਹਿ ਸਕਦੇ ਹਾਂ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਮਲਟੀਪਲ ਡਿਸੇਬਿਲਿਟੀਜ਼, ਜਿਹੜੀ ਕਿ ਬਲਾਈਂਡਨੈਸ ਨਾਲ ਰਿਲੇਟਡ ਹੁੰਦੀਆਂ ਨੇ ਜਾਂ ਬਲਾਈਂਡਨੈਸ ਦੇ ਵਿੱਚ ਇਨਕਲੂਡ ਹੁੰਦੀਆਂ ਨੇ, ਉਹ ਸਾਰੀਆਂ ਡਿਸੇਬਿਲਿਟੀਜ਼ ਆ ਜਾਂਦੀਆਂ ਨੇ, ਜਿਵੇਂ ਕਲਰ ਬਲਾਈਂਡਨੈਸ ਜਾਂ ਹੋਰ ਕਿਸੇ ਵੀ ਤਰੀਕੇ ਦੀ, ਠੀਕ ਹੈ, ਉਹ ਵੀ ਸਾਰੀਆਂ ਇਸ ਦੇ ਵਿੱਚ ਇਨਕਲੂਡ ਕੀਤੀਆਂ ਗਈਆਂ। ਤਾਂ ਇਹ ਟੋਟਲ ਕਿੰਨੀਆਂ ਹੋ ਗਈਆਂ 21, ਠੀਕ ਹੈ। ਹੁਣ 2016 ਦੇ ਵਿੱਚ ਇਹ ਐਕਟ ਹੋ ਗਿਆ, ਪੂਰੇ ਇੰਡੀਆ ਦੇ ਵਿੱਚ ਅਪਲਾਈ ਕੀਤਾ ਗਿਆ। ਮਤਲਬ ਕਿ ਸਿਰਫ 7 ਡਿਸੇਬਿਲਿਟੀਜ਼ ਨਹੀਂ, ਬਲਕਿ ਇਹਨਾਂ 21 ਡਿਸੇਬਿਲਿਟੀਜ਼ ਦੇ ਵਿੱਚੋਂ ਅਗਰ ਕੋਈ ਵੀ ਕਿਸੇ ਨਾਲ ਵੀ ਕਿਸੇ ਤਰੀਕੇ ਨਾਲ ਵੀ ਅਫੈਕਟਡ ਹੈ ਤਾਂ ਉਹਨਾਂ ਨੂੰ ਇਕੁਅਲ ਰਾਈਟਸ ਮਿਲਣਗੇ, ਇਕੁਅਲ ਓਪਰਚੁਨਿਟੀਜ਼ ਮਿਲਣਗੀਆਂ, ਠੀਕ ਹੈ। ਤਾਂ ਉਹ ਸਾਰਾ ਕੁਛ ਇਸ ਐਕਟ ਦੇ ਥਰੂ ਆਪਾਂ ਨੂੰ ਦੇਖਣ ਨੂੰ ਮਿਲਿਆ। ਤਾਂ ਬਿਲਕੁਲ ਕਦੋਂ ਇਹ ਅਪਲਾਈ ਕੀਤਾ ਗਿਆ ਸੀ, 30 ਦਸੰਬਰ ਨੂੰ ਅਪਲਾਈ ਕੀਤਾ ਗਿਆ ਸੀ। 2016 ਦੇ ਵਿੱਚ ਇਹ ਅਪਲਾਈ ਕੀਤਾ ਗਿਆ ਸੀ, ਠੀਕ ਹੈ। ਤਾਂ ਡੇਟਸ ਆਪਣੀਆਂ ਪੂਰਾ ਪ੍ਰੋਪਰ ਯਾਦ ਰੱਖਿਓ। ਨੈਕਸਟ ਅਗਰ ਆਪਾਂ ਗੱਲ ਕਰੀਏ ਇੱਕ ਲਾਸਟ ਜਿਹਾ ਛੋਟਾ ਜਿਹਾ ਐਕਟ ਹੈ RTE ਐਕਟ, ਜਿਸ ਨੂੰ ਕਿਹਾ ਜਾਂਦਾ, ਠੀਕ ਹੈ। 2009 ਦੇ ਵਿੱਚ ਇਹ ਹੋਇਆ ਸੀ, ਠੀਕ ਹੈ। ਇਹ ਥੋੜ੍ਹਾ ਲਿਖਣਾ ਮੈਨੂੰ ਲੱਗਿਆ ਜ਼ਰੂਰੀ ਹੈ, ਇਸ ਲਈ ਤੁਹਾਨੂੰ ਦੱਸ ਰਹੀ ਹਾਂ। ਇਹਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਿਆ ਸੀ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਜੋ ਕਿ ਆਪਾਂ ਨੂੰ ਪਤਾ ਹੈ ਕਿ ਕੋਈ ਵੀ ਅਗਰ ਬੱਚਾ ਹੈ 18 ਸਾਲ ਤੋਂ ਛੋਟਾ, ਜਾਂ ਫਿਰ ਅਗਰ ਆਪਾਂ ਗੱਲ ਕਰੀਏ 6 ਸਾਲ ਤੋਂ ਬੱਚਾ, ਤਾਂ ਉਸਨੂੰ ਇੱਕ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੀ ਕਰਨੀ ਹੈ, ਠੀਕ ਹੈ। ਹੁਣ ਹਰ ਇੱਕ ਪੇਰੈਂਟਸ ਅਵੇਲੇਬਲ ਨਹੀਂ ਹੁੰਦੇ ਆਪਣੇ ਬੱਚੇ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ, ਇਸ ਲਈ ਫ੍ਰੀ ਕਰ ਦਿੱਤੀ ਗਈ ਸੀ ਉਹ ਐਜੂਕੇਸ਼ਨ, ਔਰ ਕੰਪਲਸਰੀ ਵੀ ਕਰ ਦਿੱਤੀ ਗਈ ਸੀ ਕਿ ਕੋਈ ਵੀ ਬੱਚੇ ਇਸ ਤਰੀਕੇ ਨਾਲ ਆਪਾਂ ਬਾਲ ਮਜ਼ਦੂਰੀ ਇੱਕ ਤਰੀਕੇ ਨਾਲ ਕਹੀਏ ਉਹ ਨਹੀਂ ਕਰੇਗਾ, ਬਲਕਿ ਪ੍ਰੋਪਰ ਉਸਨੂੰ ਐਜੂਕੇਸ਼ਨ ਸਕੂਲ ਉਸਨੂੰ ਭੇਜਿਆ ਜਾਏਗਾ, ਠੀਕ ਹੈ। ਤਾਂ ਕਦੋਂ ਤੱਕ ਸੀ, 6 ਤੋਂ 18 ਸਾਲ ਦੇ ਬੱਚਿਆਂ ਲਈ, ਸਾਰਿਆਂ ਲਈ 1st ਤੋਂ ਲੈ ਕੇ 12th ਤੱਕ ਦੀ ਜੋ ਐਜੂਕੇਸ਼ਨ ਉਹ ਕੰਪਲਸਰੀ ਕਰ ਦਿੱਤੀ ਗਈ ਸੀ, ਚਾਹੇ ਉਹ ਕਿਸੇ ਵੀ ਲਰਨਿੰਗ ਡਿਸੇਬਿਲਿਟੀਜ਼ ਦਾ ਕਾਰਨ ਨਹੀਂ ਕਰ ਪਾ ਰਿਹਾ, ਜੋ ਕੁਛ ਵੀ ਰੀਜ਼ਨ ਹੈ, ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਉਣਾ ਕੰਪਲਸਰੀ ਹੋ ਗਿਆ ਸੀ ਔਰ ਫ੍ਰੀ ਕਰ ਦਿੱਤਾ ਗਿਆ ਸੀ, ਠੀਕ ਹੈ। ਕਈ ਵਾਰ ਕੀ ਹੁੰਦਾ ਇਕਨੋਮਿਕਲੀ ਨਹੀਂ ਕਰ ਪਾਉਂਦੇ, ਤਾਂ ਉਹ ਸਾਰਾ ਕੁਛ ਇਹਦੇ ਵਿੱਚ ਦੱਸਿਆ ਗਿਆ ਸੀ, ਜਿਸ ਨੂੰ ਆਪਾਂ RTE ਐਕਟ 2019 ਵੀ ਬੋਲਦੇ ਹਾਂ, ਕਲੀਅਰ। ਤਾਂ ਐਵੇਂ ਅਗਰ ਬਣ ਜਾਂਦਾ ਕੁਐਸਚਨ ਕਿ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਕਿਸ ਐਕਟ ਦੇ ਥਰੂ ਕਰਵਾਏਗੀ, ਠੀਕ ਹੈ, ਤਾਂ ਨੇਮ ਤੁਹਾਡੇ ਸਾਹਮਣੇ ਹੈ, ਤੁਸੀਂ ਇੱਥੇ ਦੇਖ ਸਕਦੇ ਹੋ। ਤਾਂ ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ ਅੱਜ ਆਪਾਂ ਡਿਸਕਸ ਕੀਤੀਆਂ, ਜਿਹਦੇ ਨਾਲ ਆਪਣਾ ਜੋ ਲਰਨਿੰਗ ਡਿਸੇਬਿਲਿਟੀਜ਼ ਦਾ ਜੋ ਆਪਾਂ ਕਹਿ ਸਕਦੇ ਹਾਂ ਟੌਪਿਕ ਹੈ ਉਹ ਪੂਰਾ ਦਾ ਪੂਰਾ ਕੰਪਲੀਟ ਹੋ ਜਾਂਦਾ। ਡਿਸੇਬਿਲਿਟੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਸੀ, ਐਕਟ ਵੀ ਇਹਦੇ ਵਿੱਚ ਇੰਪੋਰਟੈਂਟ ਸੀ। ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੁਝ ਵੀ ਹੋਏਗਾ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ ਆਪਾਂ MCQs ਨੂੰ ਡਿਸਕਸ ਕਰਾਂਗੇ। ਉਮੀਦ ਕੀਤੀ ਜਾਏਗੀ ਕਿ ਕੱਲ੍ਹ ਨੂੰ ਤੁਹਾਡੇ ਨਾਲ ਜੋ MCQs ਨੇ ਉਹ ਡਿਸਕਸ ਕਰ ਲਏ ਜਾਣ, ਠੀਕ ਹੈ। ਲਰਨਿੰਗ ਡਿਸੇਬਿਲਿਟੀ ਨਾਲ ਰਿਲੇਟਡ 30 ਦੇ ਨੀਅਰ ਅਬਾਊਟ ਹੋ ਸਕਿਆ ਤਾਂ ਬਾਅਦ, ਠੀਕ ਹੈ, ਨਹੀਂ ਤਾਂ ਨੀਅਰ ਅਬਾਊਟ ਇੰਨੇ ਆਪਾਂ MCQs ਨੂੰ ਡਿਸਕਸ ਕਰਾਂਗੇ। ਤਾਂ ਇਸ ਦੇ ਨਾਲ ਆਪਾਂ ਟੌਪਿਕ ਨੂੰ ਕੰਪਲੀਟ ਕਰਾਂਗੇ। ਆਫਟਰ ਦੈਟ ਨਿਊ ਟੌਪਿਕ ਸਟਾਰਟ ਕਰਾਂਗੇ, ਕਲੀਅਰ। ਤਾਂ ਬਿਲਕੁਲ ਮਿਲਦੇ ਹਾਂ ਚਲੋ ਨੈਕਸਟ ਵੀਡੀਓ ਦੇ ਵਿੱਚ। ਜੇਕਰ ਵੀਡੀਓ ਪਸੰਦ ਆਏ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਔਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਜੇਕਰ ਤੁਸੀਂ ਫਸਟ ਟਾਈਮ ਆਏ ਹੋ, ਠੀਕ ਹੈ। ਪਲੀਜ਼ ਸ਼ੇਅਰ ਜ਼ਰੂਰ ਕਰੋ, ਠੀਕ ਹੈ, ਕਿਉਂਕਿ ਅਗਰ ਕੋਈ ਵੀ ਤਿਆਰੀ ਕਰ ਰਿਹਾ PS ਟੈਟ ਲਈ ਤਾਂ ਬਿਲਕੁਲ ਅਗਰ ਯੂਜ਼ਫੁਲ ਹੈ ਇਹ ਚੈਨਲ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤਾਂ ਬੰਦ ਹੈ, ਠੀਕ ਹੈ। ਤਾਂ ਉਮੀਦ ਹੈ ਤੁਸੀਂ ਸਮਝ ਰਹੇ ਹੋਵੋਗੇ, ਕਲੀਅਰ ਹੋ ਰਿਹਾ ਹੋਏਗਾ ਸਾਰਾ ਕਨਸੈਪਟ ਕਲੀਅਰਲੀ। ਅਗਰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ। ਤਾਂ ਜ਼ਰੂਰ ਮਿਲਦੇ ਚਲੋ ਨੈਕਸਟ ਵੀਡੀਓ ਦੇ ਵਿੱਚ ਇਸੇ ਟੌਪਿਕ ਦੇ MCQs ਨੂੰ ਲੈ ਕੇ, ਕਲੀਅਰ। ਥੈਂਕ ਯੂ।